गुरु का खास रूप। गुरु खालसा साध संगत जियो। वाहे जी का खालसा, वाहे जी की फतेह। गरीब नवाज की अति किरपा अपने सारिਆਂ ते होई है। उन्हां दी करना सदका ही इस भागियां घड़ियां सत्संग दी सुहावी वेला ਆਪਾਂ ਨੂੰ ਪ੍ਰਾਪਤ ਹੋਈ ਹੈ। ਦਾਤਾਰ ਪਿਤਾ ਨੇ ਜਿੱਥੇ ਏਡੀ ਵੱਡੀ ਕਿਰਪਾ ਕੀਤੀ ਹੈ ਸਾਡੇ 'ਤੇ, ਉੱਥੇ ਇੱਕ ਅਹਿਸਾਨ ਹੋਰ ਕਰਨ ਸਤਿਗੁਰੂ ਸਾਡੇ ਸਾਰਿਆਂ 'ਤੇ। ਮਨ ਵਿੱਚ ਇਕਾਗਰਤਾ, ਸਾਵਧਾਨਤਾ, ਸ਼ਰਧਾ, ਭਾਵਨਾ, ਪ੍ਰੇਮ ਭਰ ਕੇ ਸ਼ਬਦ ਦੇ ਨਾਲ ਸੁਰਤ ਦਾ ਮਿਲਾਪ ਕਰਾਉਂਦਿਆਂ ਕਥਾ ਸ਼ਬਦ ਵਿਚਾਰ ਕਰਨ ਅਤੇ ਸੁਣਨ ਦੀ ਬਲ ਬੁੱਧੀ ਆਪਾਂ ਸਾਰਿਆਂ ਨੂੰ ਬਖਸ਼ਣ, ਤਾਂ ਕਿ ਬੋਲਿਆ ਅਤੇ ਸੁਣਿਆ ਪ੍ਰਵਾਨ ਹੋ ਜਾਵੇ। ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਪਵਿੱਤਰ ਪਾਵਨ ਅੰਗ 1379 ਤੋਂ 27 ਨੰਬਰ ਤੋਂ ਬਾਅਦ ਭਾਵ 28ਵਾਂ ਸ਼ਲੋਕ ਬਾਬਾ ਫਰੀਦ ਸ਼ੇਖ ਫਰੀਦ ਸ਼ਕਰਗੰਜ ਦੀ ਮਹਾ ਮਹਾ ਮੁਬਾਰਕ ਅਤੇ ਸੱਚੀ ਸੁੱਚੀ ਅਤੇ ਪੁਨੀਤ ਮਹਾ ਮਿਠੜੀ ਰਸਨਾ 'ਤੇ ਬੈਠ ਕੇ ਇਹ ਪਵਿੱਤਰ ਪਾਵਨ ਸਿੱਖਿਆ, ਪਵਿੱਤਰ ਪਾਵਨ ਉਪਦੇਸ਼ ਬਖਸ਼ ਰਹੇ ਨੇ। ਆਓ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸੰਸਾਰ ਵੱਲੋਂ ਮੋੜ ਕੇ ਗੁਰੂ ਚਰਨਾਂ 'ਚ ਜੋੜੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਬਾਬਾ ਫਰੀਦ ਜੀ ਨੇ ਇਸ ਸ਼ਲੋਕ ਦੇ ਰਾਹੀਂ ਦੱਸਿਆ ਕਿ ਭਗਤੀ ਕਰਨ ਦੇ ਮਾਰਗ ਦੇ ਵਿੱਚ, ਪਰਮਾਰਥ ਦੇ ਮਾਰਗ ਦੇ ਵਿੱਚ ਕਈ ਵਾਰੀ ਰੁੱਖਾ ਸੁੱਖਾ ਖਾਣ ਨੂੰ ਮਿਲਦਾ। ਆਮ ਕਰਕੇ ਕਾਫੀ ਕਥਾਵਾਚਕ ਵਿਦਵਾਨ ਕਹਿੰਦੇ ਨੇ ਬਾਬਾ ਫਰੀਦ ਜੀ ਨੇ ਇੱਕ ਲੱਕੜ ਦੀ ਰੋਟੀ ਰੱਖੀ ਹੋਈ ਸੀ ਕਾਠ ਦੀ, ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਪਰ ਸਾਧ ਸੰਗਤ ਜੀ, ਇਹ ਗੈਰ ਕੁਦਰਤੀ ਚੀਜ਼ ਹੈ, ਇਹ ਗੈਰ ਕੁਦਰਤੀ ਗੱਲ ਹੈ, ਕਿਉਂਕਿ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਦੀ ਜ਼ਰੂਰਤ ਹੈ। ਜੇ ਭੋਜਨ ਨਹੀਂ ਖਾਵਾਂਗੇ ਬੰਦਾ ਕਮਜ਼ੋਰ ਹੋ ਜਾਏਗਾ, ਕਮਜ਼ੋਰ ਹੋ ਕੇ ਹੌਲੀ ਹੌਲੀ ਉਹਦੇ ਪ੍ਰਾਣ ਪਖੇਰੂ ਹੋ ਜਾਣਗੇ। ਕਾਠ ਦੀ ਭਾਵ ਲੱਕੜ ਵਰਗੀ ਰੋਟੀ ਆਮ ਕਰਕੇ ਦੇਖਿਆ, ਕਿਉਂਕਿ ਬਾਬਾ ਫਰੀਦ ਦੇ ਜ਼ਮਾਨੇ ਦੇ ਵਿੱਚ ਕਣਕ ਦੀ ਰੋਟੀ ਤਾਂ ਬਹੁਤ ਘੱਟ ਹੁੰਦੀ ਸੀ। ਇਹ ਬਾਜਰੇ ਦੀ, ਮੱਕੀ ਦੀ, ਛੋਲਿਆਂ ਦੀ, ਜਵਾਰ ਦੀ, ਜਵਾਂ ਦੀ, ਕੋਦਰੇ ਦੀ ਆਦਿਕ ਰੋਟੀ ਹੁੰਦੀ ਸੀ, ਜਿਹੜੀ ਕਿ ਸੁੱਕ ਕੇ ਉਹ ਮਤਲਬ ਲੱਕੜ ਵਰਗੀ ਹੋ ਜਾਂਦੀ ਸੀ, ਕਿਉਂਕਿ ਚੋਪੜੇ ਕਿ ਤਾਂ ਫਿਰ ਥੋੜ੍ਹੀ ਨਰਮ ਹੋ ਜਾਂਦੀ ਹੈ। ਹੁਣ ਬਾਬਾ ਫਰੀਦ ਜੀ ਕਹਿੰਦੇ ਮੇਰੀ ਰੋਟੀ ਲੱਕੜ ਵਰਗੀ ਸੁੱਕੀ ਹੈ। ਲਾਵਣ ਕਹਿੰਦੇ ਜਿਹਨੂੰ ਆਪਾਂ ਜਿਹਦੇ ਨਾਲ ਰੋਟੀ ਲਾ ਕੇ ਖਾਂਦੇ ਹਾਂ, ਦਾਲ ਸਬਜ਼ੀ ਸਲੂਣਾ। ਮੇਰੀ ਰੋਟੀ ਸੁੱਕੀ ਹੋਈ ਹੈ, ਮੇਰੀ ਭੁੱਖ ਹੀ ਮੇਰੀ ਸਬਜ਼ੀ ਹੈ। ਭਾਵ ਅਲਪ ਆਹਾਰ ਸੁਲਪ ਸੀ ਨਿਦਰਾ, ਥੋੜ੍ਹਾ ਖਾਣਾ, ਸਾਦਾ ਖਾਣਾ। ਸਾਧ ਸੰਗਤ ਜੀ, ਇਹ ਇੱਥੇ ਇੱਕ ਗੱਲ ਸਾਂਝੀ ਕਰਨੀ ਬੜੀ ਜ਼ਰੂਰੀ ਹੈ। ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦੇ ਨਾਲ ਜੁੜਨਾ, ਉਹਨਾਂ ਦਾ ਭੋਜਨ ਆਮ ਸੰਸਾਰੀਆਂ ਵਰਗਾ ਨਹੀਂ ਹੁੰਦਾ। ਉਹਨਾਂ ਦਾ ਭੋਜਨ ਸਾਦਾ ਹੁੰਦਾ, ਸਾਤਕੀ ਭੋਜਨ ਹੁੰਦਾ। ਜਿਵੇਂ ਇਹ ਜਿਹੜਾ ਮਾਸਾਹਾਰੀ ਭੋਜਨ ਹੈ ਜਾਂ ਕਈ ਦਾਲਾਂ ਗਰਮ ਨੇ, ਉਹ ਭੋਜਨ ਪਰਮਾਰਥ ਦੇ ਪਾਂਧੀਆਂ ਵਾਸਤੇ ਜ਼ਿਆਦਾ ਵਧੀਆ ਨਹੀਂ ਹੁੰਦਾ। ਉਹਨਾਂ ਵਾਸਤੇ ਸਾਦਾ ਭੋਜਨ, ਥੋੜ੍ਹਾ ਭੋਜਨ, ਤਾਂ ਕਿ ਆਲਸ ਨਾ ਪਵੇ। ਤਾਮਸੀ ਭੋਜਨ ਖਾ ਕੇ ਮਨ ਦੀ
ਦੌੜ ਭੱਜ ਵੱਧ ਜਾਂਦੀ ਹੈ। ਸਾਦਾ ਭੋਜਨ ਖਾ ਕੇ ਮਨ ਦੀ ਅਖੰਡਤਾ ਕਾਇਮ ਹੋ ਜਾਂਦੀ ਹੈ। ਇਸ ਕਰਕੇ ਬਾਬਾ ਜੀ ਕਹਿ ਰਹੇ ਨੇ, ਮੇਰੀ ਰੋਟੀ ਕਾਠ ਲੱਕੜ ਵਰਗੀ ਸੁੱਕੀ ਹੋਈ ਹੈ ਅਤੇ ਜਿਹੜੀ ਮੇਰੀ ਭੁੱਖ ਹੈ ਉਹੀ ਮੇਰੇ ਲਈ ਸਲੂਣ ਹੈ। ਹਾਂ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਰੱਬੀ ਨਾਮ ਨੂੰ ਛੱਡ ਕੇ, ਪਰਮਾਤਮਾ ਦੀ ਬੰਦਗੀ ਨੂੰ ਛੱਡ ਕੇ ਚੀਕਣੀਆਂ ਚੋਪੜੀਆਂ ਰੋਟੀਆਂ ਖਾਧੀਆਂ ਨੇ, ਭਾਵ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਨੇ, ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚ ਬਹੁਤ ਸਾਰੇ ਦੁੱਖ ਝੱਲਣੇ ਪੈਣਗੇ। ਸਾਧ ਸੰਗਤ ਜੀ, ਔਰ ਰੋਟੀ ਤਾਂ ਇੱਕ, ਭੋਜਨ ਤਾਂ ਇੱਕ ਸਾਡੇ ਸਰੀਰ ਨੂੰ ਜਿਉਂਦਿਆਂ ਰੱਖਣ ਵਾਸਤੇ ਹੈ। ਅਸੀਂ ਖਾਣ ਵਾਸਤੇ ਨਹੀਂ ਜਿਉਣਾ, ਬਲਕਿ ਜਿਉਣ ਵਾਸਤੇ ਖਾਣਾ। ਕਈ ਮਨੁੱਖਾਂ ਦਾ ਇਹ ਉਦੇਸ਼ ਹੁੰਦਾ ਕਿ ਜੀ ਖਾਣ ਵਾਸਤੇ ਜਿਉਣਾ, ਭਾਵ ਇੰਨਾ ਖਾ ਲੈਣਾ, ਇੰਨਾ ਖਾ ਲੈਣਾ, ਫਿਰ ਕਈ ਵਾਰੀ ਸਾਹ ਵੀ ਨਹੀਂ ਆਉਂਦਾ। ਵਿਆਹਾਂ ਸ਼ਾਦੀਆਂ 'ਚ ਜਾ ਕੇ ਦੇਖਿਆ ਮੈਂ, ਇੱਕ ਬੰਦੇ ਨੂੰ ਜਾਣਦਾ, ਉਹਨੇ ਇੰਨਾ ਕੁ ਖਾ ਲੈਣਾ, ਫਿਰ ਘਰ ਆ ਕੇ ਜਵਾਕਾਂ ਨੂੰ ਕਹਿਣਾ ਉਹ ਛੇਤੀ ਇਨੋ ਲਿਆਓ, ਫਲਾਣਾ ਲਿਆਓ, ਕਿਉਂਕਿ ਸਾਹ ਨਹੀਂ ਆਉਣਾ, ਜ਼ਿਆਦਾ ਖਾ ਲੈਣਾ। ਉਹ ਮਸਾਲੇਦਾਰ ਭੋਜਨ ਹੁੰਦੇ ਨੇ। ਖਾਣ ਤੋਂ ਬਾਅਦ ਅੰਦਰ ਜਾ ਕੇ ਉਹ ਉਹਨਾਂ ਨੇ ਫੁੱਲਣਾ ਵੀ ਹੁੰਦਾ। ਬਾਬਾ ਜੀ ਦੱਸ ਰਹੇ ਨੇ, ਕਹਿੰਦੇ ਭਾਈ ਨਾਮ ਸਿਮਰਨਾ ਅਤੀ ਜ਼ਰੂਰੀ ਹੈ। ਇਹ ਚਿਕਣੇ ਚੋਪੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣੇ ਇਹ ਸਾਡੀ ਮੰਜ਼ਿਲ ਨਹੀਂ, ਸਾਡਾ ਏਮ ਨਹੀਂ ਹੈ। ਸੁੱਕੀ ਮਿਲ ਜੇ ਉਹ 'ਚ ਵੀ ਸ਼ੁਕਰਾਨਾ ਕਰਨਾ। ਜਦੋਂ ਕਹਿੰਦੇ ਉਜੈਨ ਦਾ ਰਾਜਾ ਭਰਥਰੀ ਬੈਰਾਗ ਦੇ ਵਿੱਚ ਆਇਆ, ਮਹਿਲਾਂ ਨੂੰ ਛੱਡ ਕੇ ਜੰਗਲਾਂ ਦੇ ਵੱਲ ਭਗਤੀ ਕਰਨ ਵਾਸਤੇ ਜਾਣ ਲੱਗਾ, ਤਾਂ ਮਾਂ ਨੇ ਕਿਹਾ, ਬੇਟਾ 36 ਪ੍ਰਕਾਰ ਦੇ ਭੋਜਨ ਖਾਣੇ ਨੇ। ਉਹ ਕਹਿੰਦਾ, ਮਾਂ ਮੈਂ ਜੰਗਲਾਂ 'ਚ ਜਾ ਰਿਹਾ, ਉੱਥੇ 36 ਪ੍ਰਕਾਰ ਦੇ ਭੋਜਨ ਕਿਹੜੇ? ਉੱਥੇ ਤਾਂ ਕੰਦ ਮੂਲ ਖਾਣਾ ਪਏਗਾ, ਉੱਥੇ 36 ਪ੍ਰਕਾਰ ਦੇ ਭੋਜਨ ਕੋਈ ਨਹੀਂ। ਕਹਿੰਦੇ ਨਹੀਂ ਬੇਟਾ, ਜਦੋਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ ਉਦੋਂ ਖਾਣਾ, ਇਹ ਨਹੀਂ ਸਵਾਦ ਪੱਛੀ ਨਹੀਂ ਖਾਣਾ। ਆਪਾਂ ਤਾਂ ਕਈ ਵਾਰੀ ਰੱਜੇ ਵੀ ਹੁੰਦੇ ਆ ਨਾ, ਦੇਖੋ ਕਿੰਨੀਆਂ ਰੋਟੀਆਂ ਖਾ ਕੇ ਆਪਾਂ ਫਿਰ ਸਵੀਟ ਡਿਸ਼ ਖਾਂਦੇ ਹਾਂ। ਸਵੀਟ ਡਿਸ਼ ਵੀ ਕਈ ਵਾਰੀ ਗਜਰੇਲਾ ਹੁੰਦਾ, ਹਲਵਾ ਹੁੰਦਾ, ਗੁਲਾਬ ਜਾਮਣਾ ਹੁੰਦੀਆਂ ਨੇ, ਹੈਵੀ ਹੁੰਦੀ ਹੈ, ਫਿਰ ਅਸੀਂ ਵੀ ਉਹ ਸਵਾਦ 'ਚ ਜਿਹੜਾ ਹੈ ਉਹ ਵੀ ਖਾ ਲੈਂਦੇ ਹਾਂ। ਉਹ ਕਹਿੰਦੀ ਉਹ ਤੂੰ ਉਦੋਂ ਖਾਣਾ ਹੈ ਜਦੋਂ ਤੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਜਾਵੇ, ਭਾਵ ਤੈਨੂੰ ਸਰੇ ਨਾ। ਉਹ 36 ਪ੍ਰਕਾਰ ਦੇ ਭੋਜਨ ਹੋਣਗੇ, ਉਹ ਤੂੰ ਰੁੱਖੀ ਸੁੱਖੀ ਵੀ ਖਾਏਂਗਾ ਨਾ, ਤੈਨੂੰ ਬਹੁਤ ਸਵਾਦ ਦੇਗੀ। ਕਹਿੰਦੇ ਰੱਜ ਨੂੰ ਕੁਚੱਜ ਹੁੰਦਾ, ਔਰ ਰੱਜੇ ਹੋਏ ਬੰਦੇ ਨੂੰ ਤਾਂ ਕਿੰਨੀ ਸਵਾਦੀ ਜਿਹੜਾ ਹੈ ਪ੍ਰਸ਼ਾਦਾ ਰੋਟੀ ਦੇ ਦਿਓ, ਉਹ 'ਚ ਵੀ ਨੁਕਸ ਕੱਢੇਗਾ। ਫਿਰ ਉਹਨੇ ਕਿਹਾ, ਕਹਿੰਦੀ ਬੇਟਾ ਤੂੰ ਮਖਮਲੀ ਸੇਜਾਂ 'ਤੇ ਸੌਣਾ। ਕਹਿੰਦਾ ਮਾਤਾ ਜੰਗਲ ਦੇ ਵਿੱਚ ਸੇਜਾਂ ਕਿਹੜੀਆਂ? ਕਹਿੰਦੇ ਨਹੀਂ ਬੇਟਾ, ਇਹਦਾ ਮਤਲਬ ਇਹ ਹੈ ਵੀ ਜੇ ਤੈਨੂੰ ਸਰੇ ਨਾ, ਨੀਂਦ ਬਹੁਤ ਜ਼ਿਆਦਾ ਜ਼ੋਰ ਪਾਵੇ ਉਦੋਂ ਸੌਣਾ। ਉਦੋਂ ਨਾ ਜੇ ਤੂੰ ਡਲਿਆਂ 'ਤੇ ਵੀ ਸੌਂ ਜਾਏਗਾ, ਤੈਨੂੰ ਇੰਨੀ ਗੂੜ੍ਹੀ ਨੀਂਦ ਆਏਗੀ ਵੀ ਤੈਨੂੰ ਪਤਾ ਹੀ ਨਹੀਂ ਲੱਗਣਾ। ਸਾਧ ਸੰਗਤ ਜੀ, ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈ। ਮੈਂ ਸ਼ਾਇਦ 9ਵੀਂ 10ਵੀਂ 'ਚ ਪੜ੍ਹਦਾ ਸੀ। ਪਾਣੀ ਕੱਸੀ ਦਾ ਪਾਣੀ ਦੀ ਵਾਰੀ ਆ ਗਈ। ਉਹ ਖੇਤ ਸਾਡਾ ਉਸ ਵੇਲੇ ਉੱਚਾ ਸੀ, ਉਦੋਂ ਝਲਾਰਾਂ ਨਾਲ ਪਾਣੀ ਚੱਕ ਕੇ ਪਾਉਂਦੇ ਸੀ। ਮੈਨੂੰ ਬਾਪੂ ਹੋਰੀ ਲੈ ਕੇ ਚੱਲ, ਕਹਿੰਦੇ ਤੂੰ ਘੱਟੋ ਘੱਟ ਝਲਾਰ ਦੇ ਊਠ ਹੱਕੇਗਾ, ਬਲਦ ਹੱਕੇਗਾ। ਪਾਣੀ ਵੀ ਉਦੋਂ ਇੱਦਾਂ ਦੀਆਂ ਵਾਰੀਆਂ ਨਹੀਂ ਹੁੰਦੀਆਂ ਸੀ, ਪਾਣੀ ਇਕੱਠਾ ਕਰ ਲਿਆ ਕਈ ਘੰਟੇ। ਉਹ ਮੈਂ ਥੱਕਦਾ ਬਲਦ ਤਾਂ ਨਹੀਂ ਥੱਕੇ, ਪਰ ਮੈਂ ਜ਼ਰੂਰ ਥੱਕ ਗਿਆ। ਜਦੋਂ ਬਹੁਤ ਜ਼ਿਆਦਾ ਥੱਕ ਗਿਆ, ਮੈਥੋਂ ਤੁਰੇ ਹੀ ਨਾ ਜਾਵੇ, ਤਾਂ ਉਹ ਤਾਂ ਕੋਈ ਹੱਕਣ ਵਾਸਤੇ ਕੋਈ ਹੋਰ ਬੰਦਾ ਲੱਗ ਗਿਆ। ਮਤਲਬ ਸ਼ਾਇਦ ਦਿਨ ਦੇ ਸਵੇਰ ਦੇ 4 ਵੱਜ ਗਏ ਹੋਣਗੇ, ਸਾਰੀ ਰਾਤ ਹਿੱਕਦਾ ਰਿਹਾ ਬਲਦਾਂ ਨੂੰ। ਅਤੇ ਮੈਂ ਆਖਿਆ ਵਿਖਾ ਵੀ ਮੈਨੂੰ ਤਾਂ ਨੀਂਦ ਆ ਰਹੀ ਆ। ਕਹਿੰਦੇ ਪੈ ਜਾ। ਮੈਂ ਜਾ ਕੇ ਵਾਹਣ ਦੇ ਵਿੱਚ ਪੈ ਗਿਆ, ਡਲਿਆਂ ਵਾਲੇ ਵਾਹਣ 'ਚ। ਸਾਧ ਸੰਗਤ, ਜਦੋਂ ਕਿਤੇ ਪਾਣੀ ਖਤਮ ਹੋਇਆ, ਉਹਨਾਂ ਨੇ ਮੈਨੂੰ ਉਠਾਇਆ। ਮੈਂ ਕੀ ਦੇਖਿਆ, ਗੁਆਰੇ ਵਾਲਾ ਵਾਹਣ ਵਾਹਿਆ ਹੋਇਆ ਸੀ। ਐਡੇ ਐਡੇ ਕਰਚੇ, ਐਡੇ ਐਡੇ ਡਲੇ, ਕੁਛ ਨਹੀਂ ਚੁਭਿਆ ਹੈਗਾ। ਇੰਨੀ ਗੂੜ੍ਹੀ ਨੀਂਦ, ਕੋਲ ਦੀ ਟ੍ਰੇਨਸ ਲੰਘ ਰਹੀਆਂ ਨੇ,
क्योंकि रेलवे लाइन के कोल सी खेत। कुछ नहीं पता लग्या। ये बीबी ये कह रही है तू मखमली सेजां ते सौना है, भाव उदों सौना है जदों बहुत ज़्यादा नींद आवे, सोए बगैर सरे ना। फिर एक कोई नहीं बेटा तू किले च रहना है। किले का मतलब तू साध संगत में रहना है, कल्ले ने भगती नहीं करनी, साधुओं के विच बैठ के भगती करनी है। एक तो तेनों प्रेरणा मिलती रहेगी, एक तेनों जिहड़ा है हामे नहीं होएगी, क्योंकि एक दू एक चढ़ांदियां वाली गल हुंदी है। संगत दे विच तां हरेक दी अवस्था एक दूजे नालों वध हुंदी है। फिर उन्हां वाल देख देख के ना तेरे मन दे विच हामे नहीं पैदा होएगी। हुण बाबा फरीद जी इत्थे यही इशारा कर रहे ने, सुक्की रोटी वो भी रुखी, भुख ही कहने सलूना है, भाव भुख लगी है हुण उही सुक्की रोटी स्वाद लगती है, क्योंकि बंदगी करनी है। अगे बाबा फरीद जी दस रहे ने, इस श्लोक नाल संबंधित विचार है, रुखी सुखी खाए कै ठंडा पानी पियो, फरीदा देख पराई चोपड़ी ना तरसाए जियो। फरीदा रुखी सुखी जिहो जी मिलती है शुकराना करना चाहिए। साध संगत जी पुराने बजुर्ग ये कहते होंगे सी, भोजन जिहो जिहा मिल जे उहदे विच नुक्स नहीं कढ़ना चाहिए, जिहो जिहा भी मिल जे। पुराने बजुर्गों नूं जिहड़े मेरे बचपन दे हुंदे चढ़ाई कर गए सी, मैं उन्हां नूं भी देखिआ, जिहो जिहा मिल गया उन्होंने शुकराना करना, परमात्मा तेरा शुक्र है। वो नखरे नहीं मारते होंदे सी जी, ये नमक घट है जी, ये मिर्च तेज है जी। कईयां नूं पुछना भी मामा जी तुसीं ये मिर्चां दा तेज सी, कहने बेटा ये फिर कहना बोलण दी किहड़ी गल है, मिर्च तेज है, सब्जी दाल सब्जी घट ला के खा लो, घट है वध ला के खा लो, ये तो एवें ज़्यादा अपना मन अशांत करने की कोई गल ही नहीं है। साध संगत जी भोजन भजन एक अपने परिवार दे विच, भाव अपने घर वाली च नुक्स नहीं कढ़ना चाहिए। वो जिहो जी भी है, काली है पीली है मधरी है लंबी है, परमात्मा का शुकराना करना चाहिए बस। रुखी सुखी खाए का, हे फरीद जी प्रशादा रुखा मिलता है सुखा मिलता है, खा के ठंडा पानी पी लेना, भाव परमात्मा का शुकराना करना। कोई परौंठे खाता है, कोई मटर पनीर खा रहा है, कोई होर मशरूम खा रहा है, उन्हां वाल देख के अपना जी नहीं तरसाउणा। असीं की देखदे हां, साडा घर बहुत वधिया हुंदा है आम करके, पर जदों असीं किसी दे वड्डे घर वाले दे जाने आ, उहदा घर देख के साडे मन च लगदा हाय ओए साडा घर तां बड़ा छोटा है, साडी कार है साडी मंजिल तक सानूं लिजाण दे समर्थ है, पर किसी दी वड्डी गड्डी देख के साडे मन दे विच कई वारी हाय ओए निकलदी है। इत्थे भाव यह भी सबर संतोख दे विच रहना, जो परमात्मा ने दिता उह च सबर रखना ते शुकराना करना। किसी दा महल देख के अपना घर ये नहीं कि वह माड़ा लगन लग जे, हाँ उहदी बंदगी इन्नी है, ਉਹਦਾ सिमरन इन्ना है, पिछले जन्म की भगती इन्नी है कि उन्होंने महल प्राप्त हो गया। साध संगत जी जे नीविਆਂ ਵੱਲ जाइए, कई बेचारे कच्चिਆਂ च सौंदे ने, कई झौंपड़ियां च सौंदे ने, कईयां कोले ਇਹ ਆ भी झौंपड़ी भी नहीं है, और रोड ते सौंदे ने बेचारे, खेतां च सौंदे ने। ये कोई जरूरी नहीं, हाँ जिहा जी साडी परालब्ध लिखी है वो परालब्ध दे विच सबर संतोख दे विच रहना चाहिए। किसी की पराई रोटी देख के, भाव कोई किसी का वधिया रहन सहन देख के अपने मन दे विच ललचाउणा नहीं चाहिए। अगले श्लोक आ रहा है, ਉਹਦੇ ਵਿੱਚ नेमियां दी ਜਿਹੜੇ नितनेमी ने परमात्मा की बंदगी वाले ने उन्हां बारे बाबा फरीद जी दस रहे ने। अज ना सुती कंत स्यों अंग मुड़े मुड़ जाए, जाए पुछो डुहागणी तुम क्यों रैन विहाए। किसे कारण नवाज रह गई,
ਜਾਗ ਨਹੀਂ ਆਈ ਜਾਂ ਆਲਸ ਪੈ ਗਈ ਜਾਂ ਕੋਈ ਬਿਮਾਰੀ ਕਾਰਨ ਰਹਿ ਗਈ ਕਿਸੇ ਕਾਰਨ, ਸਾਰਾ ਦਿਨ ਮਨ ਠੀਕ ਨਹੀਂ ਲੱਗਿਆ, ਮਨ ਦੇ ਵਿੱਚ ਅਫਸੋਸ ਰਿਹਾ। ਹੁਣ ਕਰੇ ਅੱਜ ਨਾ ਸੁੱਤੀ ਕੰਤ ਸਿਉ, ਅੱਜ ਅੱਲਾ ਦੇ ਨਾਲ, ਅੱਜ ਪਤੀ ਪਰਮੇਸ਼ਰ ਦੇ ਨਾਲ ਮੈਂ ਸੁੱਤੀ ਨਹੀਂ ਹਾਂ, ਭਾਵ ਉਹਦਾ ਰੰਗ ਨਹੀਂ ਮਾਣਿਆ। ਸਾਰੇ ਸਰੀਰ ਦੇ ਵਿੱਚ ਕੜਵੱਲਾਂ ਪੈ ਰਹੀਆਂ ਨੇ, ਅੰਗ ਮੁੜੇ ਮੁੜ ਜਾਣ ਦਾ ਭਾਵ ਸਰੀਰ ਟੁੱਟ ਰਿਹਾ, ਹੱਡ ਭੰਨਣੀ ਲੱਗੀ ਪਈ ਹੈ। ਜਾਏ ਪੁੱਛੋ ਦੁਹਾਗਣੀ, ਉਹਨਾਂ ਬੇਮੁਖਾਂ ਨੂੰ, ਉਹਨਾਂ ਸਾਖਤ ਲੋਕਾਂ ਨੂੰ ਜਾ ਕੇ ਪੁੱਛੋ ਤੁਸੀਂ ਕਿਵੇਂ ਰਹਿਣ ਵਿਹਾਰ ਰਹੇ ਹੋ, ਭਾਵੇਂ ਜੀਵਨ ਰੂਪੀ ਰਾਤ ਕਿਵੇਂ ਟਪਾ ਰਹੇ ਹੋ। ਸਾਧ ਸੰਗਤ ਜੀਓ, ਆਮ ਕਰਕੇ ਕਿਹਾ ਜਾਂਦਾ ਹੈ ਵੀ ਸਾਡੇ ਸਰੀਰ ਨੂੰ 40 ਦਿਨ ਆਪਾਂ ਕੋਈ ਵੀ ਕੰਮ ਕਰ ਲਈਏ ਉਹਦੀ ਆਦਤ ਪੈ ਜਾਂਦੀ ਹੈ। ਆਮ ਕਰਕੇ ਜਿਹੜੇ ਪੁਰਾਣੇ ਅਮਲੀ ਹੁੰਦੇ ਨੇ ਨਾ, ਉਹ ਨੌਜਵਾਨਾਂ ਨੂੰ ਆਪਣੇ ਕੋਲੋਂ 40 ਦਿਨ ਕੋਈ ਅਫੀਮ ਭੁੱਕੀ ਖਵਾਉਂਦੇ ਨੇ, ਖਾਸ ਕਰਕੇ ਸਾਉਣ ਭਾਦੋਂ ਦੇ ਮਹੀਨੇ 'ਚ। ਉਹ 40 ਦਿਨਾਂ 'ਚ ਆਦੀ ਹੋ ਜਾਂਦੇ ਨੇ। ਮਹਾਂਪੁਰਖ ਕੀ ਕਰਦੇ ਨੇ, ਜਗਿਆਸੂਆਂ ਨੂੰ, ਸੰਸਾਰੀ ਲੋਕਾਂ ਨੂੰ ਉਹ ਕਹਿੰਦੇ ਨੇ ਭਾਈ ਤੇਰਾ ਕਾਰਜ ਹੋ ਜਾਊਗਾ, ਤੂੰ 40 ਦਿਨ ਗੁਰਦੁਆਰੇ ਜਾਈਂ। 41ਵੇਂ ਦਿਨ ਸਾਡਾ ਮਨ ਆਪਣੇ ਆਪ ਗੁਰਦੁਆਰੇ ਜਾਣ ਨੂੰ ਕਰੂਗਾ, ਸਰੀਰ ਨੂੰ ਆਦਤ ਪੈ ਜਾਂਦੀ ਹੈ, ਸਾਡੇ ਮਨ ਨੂੰ ਆਦਤ ਪੈ ਜਾਂਦੀ ਹੈ। ਸਾਨੂੰ ਬਾਬਾ ਜੀ ਕਹਿੰਦੇ ਨੇ ਭਾਈ 40 ਦਿਨ ਇਹ ਸੁਖਮਨੀ ਸਾਹਿਬ ਦਾ ਪਾਠ ਕਰੋ। ਜਦੋਂ ਚਲੀਹਾ ਪੂਰਾ ਵੀ ਹੋ ਜਾਂਦਾ ਨਾ, ਫਿਰ ਸਾਡਾ ਮਨ ਜੇ ਆਪਾਂ ਨਹੀਂ ਕਰਦੇ ਤਾਂ ਇੱਕ ਘਾਟ ਜਿਹੀ ਮਹਿਸੂਸ ਹੁੰਦੀ ਹੈ। ਇਹ ਜਿਹੜਾ ਹੈ ਮਨੋਵਿਗਿਆਨ ਵਾਲੇ ਵੀ ਇਹ ਕਹਿੰਦੇ ਨੇ ਵੀ 40 ਦਿਨਾਂ ਦੇ ਵਿੱਚ ਜਿਹੜਾ ਸਾਡਾ ਸਰੀਰ ਉਹਦਾ ਹੈਬਚੁਅਲ ਹੋ ਜਾਂਦਾ, ਉਹਦੀ ਆਦਤ ਪੱਕ ਜਾਂਦੀ ਹੈ। ਇਹ ਜਿਹੜਾ ਕੋਈ ਕਹਿੰਦੇ ਨੇ ਜਾਂ ਚਲੀਹਾ ਕੱਟਣਾ, ਇਹ ਚਲੀਹਾ ਕੱਟਣਾ ਨਹੀਂ ਹੁੰਦਾ, ਇਹ ਇੱਕ ਮਹਾਂਪੁਰਖਾਂ ਦੀ ਜੁਗਤੀ ਹੁੰਦੀ ਹੈ। ਭਾਈ ਆ ਦੂਖਨਵਾਰ ਸਾਹਿਬ ਜਾ ਕੇ ਸੇਵਾ ਕਰਕੇ ਆਉਣੀਆਂ 40 ਦਿਨ, ਜਾਂ ਤੂੰ ਫਲਾਣਾ ਪਾਠ ਕਰਨਾ, ਜਾਂ ਤੂੰ ਇਹ ਫਲਾਣੀਆਂ ਮਾਲਾਂ ਫੇਰਨੀਆਂ ਨੇ, ਕਿਉਂਕਿ 40 ਦਿਨਾਂ 'ਚ ਇਹਨੂੰ ਆਦਤ ਪੈ ਜੇ। ਹੁਣ ਜਦੋਂ ਕੋਈ ਵਰਿਆਂ ਵੱਧੀ ਪਰਮੇਸ਼ਰ ਦੀ ਬੰਦਗੀ ਕਰਦਾ ਸਾਧ ਸੰਗਤ ਜੀਓ, ਕਿਸੇ ਕਾਰਨ ਫਿਰ ਉਹ 'ਚ ਕੋਈ ਰੁਕਾਵਟ ਆ ਜਾਂਦੀ ਹੈ, ਕੋਈ ਵਿਘਨ ਪੈ ਜਾਂਦਾ, ਫਿਰ ਇਹ ਉਸ ਨੂੰ ਪੁੱਛਿਆ ਲੋੜੀਦਾ। ਆ ਜਦੋਂ ਲੋਕਡਾਊਨ ਹੋਇਆ, ਆਪਣਾ ਇੱਥੇ ਸਤਸੰਗ ਭਵਨ ਦਾ ਪ੍ਰੋਗਰਾਮ ਬੰਦ ਹੋ ਗਿਆ। ਕਿੰਨੀਆਂ ਭੈਣਾਂ ਦੇ, ਕਿੰਨੇ ਵੀਰਾਂ ਦੇ ਫੋਨ ਆਉਂਦੇ ਸੀ। ਅੱਛਾ, ਉਸ ਵੇਲੇ ਨਾ ਸੱਚੀ ਐਂ ਲੱਗਣਾ ਕਿ ਯਾਰ ਵੀ ਹੁਣ ਪੱਗ ਦਸਤਾਰਾ ਸਜਾਈਏ ਅਤੇ ਚੱਲੀਏ। ਕਿੰਨੇ ਦਿਨਾਂ 'ਚ ਉਹ ਜਿਹੜਾ ਹੈ ਮੱਚ ਜਾ ਮਰਿਆ, ਕਿੰਨੇ ਦਿਨਾਂ 'ਚ ਫਿਰ ਉਹ ਮਨ ਮਰਿਆ। ਫਿਰ ਕਈ ਵਾਰੀ ਇਸ ਸ਼ਡਿਊਲ ਦੇ ਵਿੱਚੋਂ ਬੰਦਾ ਨਿਕਲਦਾ ਜਾਂਦਾ, ਫਿਰ ਮੁੜ ਕੇ ਇੰਟਰ ਹੋਣਾ ਬਹੁਤ ਔਖਾ ਹੋ ਜਾਂਦਾ। ਇੱਕ ਵਾਰੀ ਇੱਕ ਜਿਹੜਾ ਸ਼ਡਿਊਲ ਆ ਟੁੱਟ ਜੇ ਨਾ, ਫਿਰ ਉਹ ਰੂਟੀਨ ਜਾਂ ਟੁੱਟ ਜੇ, ਫਿਰ ਔਖਾ ਹੋ ਜਾਂਦਾ। ਹੁਣ ਬਾਬਾ ਫਰੀਦ ਜੀ ਇਹੀ ਕਹਿ ਰਹੇ ਨੇ। ਸਾਧ ਸੰਗਤ ਜੀ, ਮੈਨੂੰ ਯਾਦ ਹੈ ਸਾਡੇ ਪਿੰਡ ਗੁਰਦੁਆਰੇ ਅਖੰਡ ਪਾਠ ਸੀ। ਮੇਰਾ ਇੱਕ ਸੀਨੀਅਰ ਮੈਥੋਂ ਹੋਊਗਾ 3-4 ਸਾਲ ਦਾ ਵੱਡਾ ਹੋਊਗਾ। ਬਾਬਾ ਫਰੀਦ ਜੀ ਦੇ ਸ਼ਲੋਕ ਭੋਗਾਂ 'ਤੇ ਪੈਣ ਲੱਗੇ। ਉਹ ਮੈਨੂੰ ਕਹਿੰਦਾ, ਉਹ ਚੱਲ ਚੱਲੀਏ ਆਪਾਂ ਬਾਬਾ ਫਰੀਦ ਦੇ ਸ਼ਲੋਕ ਸੁਣੇ ਨੇ। ਮਹਾਂ ਯਾਰ ਤੈਨੂੰ ਬੜਾ ਬਰਾਗ ਜਾ ਗਿਆ। ਕਹਿੰਦਾ ਨਹੀਂ, ਉਹ 'ਚ ਇਹੋ ਜਿਹੇ ਸ਼ਲੋਕ ਲਿਖੇ ਹੋਏ ਨੇ। ਮਹਾਂ ਜਾ ਕਮਾਲ ਹੈ। ਹਾਲਾਂਕਿ ਮੈਂ ਛੋਟਾ ਹੀ ਸੀ ਉਦੋਂ, ਐਡਾ ਵੱਡਾ ਨਹੀਂ ਸੀ, 7ਵੀਂ-8ਵੀਂ 'ਚ ਪੜ੍ਹਦਾ ਹੋਊਗਾ। ਭਾਵ ਜਿਹੋ ਜਿਹੀ ਸਾਡੀ ਮਨੋ ਸਥਿਤੀ ਹੈ, ਜਿਹੋ ਜਿਹੀ ਸਾਡੀ ਵਿਰਤੀ ਹੈ, ਅਸੀਂ ਉਹਦੇ ਵਿੱਚ ਵੀ ਮਤਲਬ ਅਸੀਂ ਬਾਹਰੋਂ ਵੀ ਉਹੀ ਚੀਜ਼ ਲੱਭਦੇ ਹਾਂ। ਵਿਸ਼ਈ ਬੰਦਾ ਉਹ ਇਹ ਸ਼ਲੋਕ ਦੇ ਅਰਥ ਹੋਰ ਕੱਢੇਗਾ, ਕਾਮੀ ਪੁਰਸ਼ ਹੈ ਉਹ ਇਹਦੇ ਅਰਥ ਹੋਰ ਕੱਢੇਗਾ। ਅਸਲੀ ਇਹਦੇ ਅਰਥ ਇਹੀ ਨੇ। ਕੋਈ ਜਿਹੜਾ ਨੇਮੀ ਹੈ, ਪ੍ਰੇਮੀ ਹੈ, ਉਹਦੇ ਨੇਮ ਪ੍ਰੇਮ ਦੇ ਵਿੱਚ ਜਦੋਂ ਕੋਈ ਵਿਘਨ ਪੈਂਦਾ ਹੈ, ਫਿਰ ਉਹਨੂੰ ਬੜੀ ਤਕਲੀਫ ਮਹਿਸੂਸ ਹੁੰਦੀ ਹੈ। ਫਿਰ ਉਹ ਕਹਿੰਦਾ ਬਈ ਦੇਖ, ਮੈਨੂੰ ਤਾਂ ਇੰਨੀ ਤਕਲੀਫ ਹੋਈ ਹੈ ਅੱਜ। ਜਿਵੇਂ ਅਮਲੀ ਬੰਦਾ, ਉਹਨੂੰ ਇੱਕ ਦਿਨ ਅਮਲ ਨਾ ਮਿਲੇ, ਉਹਨੂੰ ਕਿੰਨੇ ਤਕਲੀਫ ਹੁੰਦੀ ਹੈ। ਉਹ ਕਹਿੰਦਾ ਯਾਰ ਦੂਜਿਆਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਕਿਵੇਂ ਟਪਾਉਂਦੇ ਹੋ ਇਹ ਤੋਂ ਬਗੈਰ ਟਾਈਮ, ਕਿਉਂਕਿ ਦੂਜਿਆਂ ਨੂੰ ਉਹ ਅਮਲ ਬਾਰੇ ਕੋਈ ਗਿਆਨ ਨਹੀਂ ਹੁੰਦਾ ਹੈ। ਅੱਗੇ ਬਾਬਾ ਜੀ ਫਰਮਾ ਰਹੇ ਨੇ, ਸਹੁਰੈ ਢੋਈ ਨਾ ਲਹੈ, ਪਿਆ ਨਾਹੀ ਥਾਉ, ਫਿਰ ਵਾਤੜੀ ਨਾ ਪੁੱਛਈ, ਧਨ ਸੁਹਾਗਣ ਨਾ ਵਿਅੰਗ ਕੱਸਿਆ। ਸਹੁਰਾ ਕਹਿੰਦੇ ਉਹਨੂੰ ਕੋਈ ਆਸਰਾ ਨਹੀਂ ਜੀਵ ਇਸਤਰੀ ਨੂੰ।
ਸਹੁਰਿਆਂ ਵਾਲੇ ਉਹਨੂੰ ਚੰਗਾ ਨਹੀਂ ਸਮਝਦੇ, ਆਸਰਾ ਨਹੀਂ ਦਿੰਦੇ। ਪੇਕਿਆਂ ਵਾਲੇ ਵੀ ਉਹਨੂੰ ਆਪਣੇ ਥਾਂ ਨਹੀਂ ਦਿੰਦੇ। ਸਾਧ ਸੰਗਤ ਜੀ, ਮੈਂ ਆਮ ਕਰਕੇ ਦੇਖਿਆ ਜਿਹੜੇ ਹਾਲਾਂ ਮੈਰਿਜਾਂ ਦੀਆਂ ਹੋ ਜਾਂਦੀਆਂ ਨੇ ਨਾ, ਜਾਂ ਕੋਈ ਆ ਬੱਚੀਆਂ ਨਿਕਲ ਉਦੜ ਕੇ ਚਲੀਆਂ ਜਾਂਦੀਆਂ ਨੇ, ਸਹੁਰੇ ਵੀ ਫਿਰ ਉਹਨੂੰ ਚੰਗਾ ਨਹੀਂ ਸਮਝਦੇ, ਪੇਕੇ ਵੀ ਉਹਨੂੰ ਮੋੜ ਕੇ ਆਪਣੇ ਘਰ 'ਚ ਵਾੜਨਾ ਨਹੀਂ ਸਮਝਦੇ। ਬੱਚੇ ਗਲਤ ਕੰਮ ਦਾ ਚੱਕ ਲੈਂਦੀਆਂ ਨੇ ਬੱਚੀਆਂ ਕਈ ਵਾਰੀ, ਪਰ ਉਹ ਦੋਏ ਥਾਵਾਂ ਤੋਂ ਚੱਲੀਆਂ ਮਤਲਬ ਜਾਂਦੀਆਂ ਰਹਿੰਦੀਆਂ ਨੇ ਵਿਚਾਰੀਆਂ। ਹੁਣ ਕਈ ਵਾਰੀ ਕੀ ਹੁੰਦਾ, ਫਿਰ ਵਾਤੜੀ ਨਾ ਪੁੱਛੀ। ਹੁਣ ਜਿਹੜਾ ਪਤੀ ਹੈ ਸਿਰ ਦਾ ਸਾਈਆਂ, ਉਹ ਵੀ ਗੱਲ ਨਹੀਂ ਪੁੱਛਦਾ ਸੁਣਦਾ, ਉਹ ਵੀ ਉਹਨੂੰ ਮਿਹਣੇ ਤਾਨੇ ਮਾਰਦਾ। ਉਹ ਕਹਿੰਦੇ ਧੰਨ ਸੁਹਾਗਣ ਨਾ, ਕਹਿੰਦੇ ਧੰਨ ਹੈ ਸੁਹਾਗਣ। ਹੁਣ ਪਤੀ ਬਾਤ ਨਹੀਂ ਪੁੱਛਦਾ, ਪੇਕਿਆਂ ਵਾਲੇ ਕੋਈ ਆਦਰ ਸਤਿਕਾਰ ਨਹੀਂ ਕਰਦੇ, ਸਹੁਰਿਆਂ ਵਾਲੇ ਕੋਈ ਪਿਆਰ ਨਹੀਂ ਕਰਦੇ, ਕੋਈ ਉਹਨੂੰ ਆਸਰਾ ਨਹੀਂ ਦਿੰਦੇ। ਕਹਿੰਦੇ ਇਹੋ ਜਿਹੀ ਤਾਂ ਸੁਹਾਗਣ ਕਹਾਉਣ ਤਾਂ ਨਮੋਸ਼ੀ ਵਾਲੀ ਗੱਲ ਹੈ ਨਾ। ਇਹ ਤਾਂ ਅਸੀਂ ਸੰਸਾਰੀ ਗੱਲ। ਇਹਦੇ ਜਿਹੜੇ ਅੰਤਰੀਵ ਭਾਵ ਹੈ ਉਹ ਇਹ ਹੈ, ਜਿਹੜਾ ਜੀਵ ਆਤਮਾ ਹੈ ਉਸ ਨੂੰ ਸੰਸਾਰ ਦੇ ਵਿੱਚ ਸਤਸੰਗ ਰੂਪੀ ਪੇਕਿਆਂ ਦੇ ਵਿੱਚ ਆਸਰਾ ਨਹੀਂ ਮਿਲਿਆ, ਆਸਰਾ ਨਾ ਮਿਲਦਾ, ਅਤੇ ਗੁਰੂ ਰੂਪੀ ਪਤੀ ਉਹਦੀ ਗੱਲ ਨਹੀਂ ਪੁੱਛਦਾ। ਪਰਲੋਕ ਦੇ ਵਿੱਚ ਉਹਦੇ ਵਾਸਤੇ ਕੋਈ ਥਾਂ ਨਹੀਂ ਹੈ। ਫਿਰ ਇਹੋ ਜਿਹਾ ਧਾਰਮਿਕ ਬੰਦਾ ਕਹਾਉਣਾ ਤਾਂ ਇੱਕ ਨਮੋਸ਼ੀ ਵਾਲੀ ਗੱਲ ਹੈ, ਇੱਕ ਬੜੀ ਸ਼ਰਮ ਵਾਲੀ ਗੱਲ ਹੈ। ਕਈ ਵਾਰੀ ਮੈਂ ਸੋਚਦਾ ਵੀ ਪਰਮਾਤਮਾ ਤੇਰੀ ਕਿੰਨੀ ਕਿਰਪਾ ਹੈ, ਤੇਰੀ ਕਿੰਨੀ ਰਹਿਮਤ ਹੈ ਸਤਿਗੁਰੂ। ਘੱਟੋ ਘੱਟ 24 ਘੰਟਿਆਂ ਦੇ ਵਿੱਚ 1 ਘੰਟਾ ਦਾ ਤੂੰ ਐਸਾ ਬਖਸ਼ ਦਿੰਦਾ ਮੇਰੇ ਸਤਿਗੁਰੂ, ਜਿੱਥੇ ਆ ਪੇਕਿਆਂ ਦੇ ਵਿੱਚ ਥਾਂ ਬਣੀ ਹੋਈ ਹੈ। ਹੁਣ ਜਦੋਂ ਪੇਕਿਆਂ 'ਚ ਥਾਂ ਬਣ ਗਈ, ਸਹੁਰਿਆਂ ਦੇ ਵਿੱਚ ਵੀ ਫਿਰ ਆਸਰਾ ਪੱਕਾ ਮਿਲੇਗਾ। ਇਹ ਭਰੋਸਾ ਰੱਖਣਾ ਆਪਾਂ ਨੇ ਗੁਰੂ 'ਤੇ। ਗੁਰੂ ਸਾਡਾ ਵਿਸ਼ਟ ਹੈ, ਗੁਰੂ ਸਾਡਾ ਵਿਚੋਲਾ ਹੈ। ਉਹਨੇ ਸਾਨੂੰ ਐਸਾ ਸੋਹਣਾ ਘਰ ਸਹੁਰਾ ਘਰ ਲੱਭ ਕੇ ਦੇਣਾ, ਜਿੱਥੇ ਸਾਡੀ ਆਓ ਭਗਤ ਹੋਣੀ ਹੈ, ਸਾਨੂੰ ਉੱਥੇ ਮਿਲਣਾ। ਫਿਰ ਪਤੀ ਨੇ ਸਾਡੀ ਗੱਲ ਪੁੱਛਣੀ ਹੈ, ਪਤੀ ਨੇ ਸਾਡਾ ਦੁੱਖ ਸੁੱਖ ਪੁੱਛਣਾ। ਬਾਤ ਪੁੱਛਣ ਦਾ ਮਤਲਬ ਦੁੱਖ ਸੁੱਖ ਪੁੱਛਣਾ। ਆਮ ਕਰਕੇ ਬੀਬੀਆਂ ਭੈਣਾਂ ਨੂੰ ਸੁਣਿਆ, ਕਹਿੰਦੇ ਕਾਹਦਾ ਘਰ ਵਾਲਾ, ਉਹ ਤਾਂ ਕਹਿੰਦੀ ਮੇਰੇ ਗੱਲ ਹੀ ਨਹੀਂ ਸੁਣਦਾ। ਗੱਲ ਸੁਣਨ ਦਾ ਭਾਵ ਮੈਂ ਕੋਈ ਸੱਸ ਦਾ ਪ੍ਰਤੀ ਕੋਈ ਦੁੱਖ ਰੋਣਾ, ਕੋਈ ਨਣਦ ਪ੍ਰਤੀ ਦੁੱਖ ਰੋਣਾ, ਮੇਰੀ ਗੱਲ ਨਹੀਂ ਸੁਣਦਾ ਹੈਗਾ ਉਹ। ਕਈ ਤਾਂ ਇਹੋ ਜਿਹੇ ਝੁੱਡੂ ਹੁੰਦੇ ਨੇ, ਬੀਬੀ ਬਿਮਾਰ ਵੀ ਹੋ ਜਾਂਦੀ ਹੈ ਨਾ, ਫਿਰ ਵੀ ਉਹਨੂੰ ਦਵਾਈ ਦਵੂਈ ਦੇਣ ਦਾ ਕੋਈ ਉਹ ਨਹੀਂ ਕਰਦੇ ਹੈਗੇ। ਕਈ ਵਾਰੀ ਵਿਚਾਰੀ ਜੈਨੀ ਬਿਮਾਰ ਹੁੰਦੀ ਹੈ, ਫਿਰ ਪੇਕਿਆਂ ਵਾਲੇ ਲਿਆ ਕੇ ਉਹਨੂੰ ਦਵਾਈ ਦਵੂਈ ਦਵਾਉਂਦੇ ਨੇ। ਸਾਡੇ ਸਮਾਜ ਦੀ ਇਹ ਇੱਕ ਤਰਾਸਦੀ ਹੈ, ਇਹ ਭੈੜੀ ਤਸਵੀਰ ਇਹ ਵੀ ਹੈ ਕਈ ਵਾਰੀ। ਪਰ ਇੱਥੇ ਤਾਂ ਨਿਰੀ ਅਧਿਆਤਮਿਕ ਦੀ ਗੱਲ ਹੈ। ਸਾਨੂੰ ਇੱਥੇ ਇਹ ਸਾਨੂੰ ਜਿਹੜਾ ਸ਼ਲੋਕ ਹੈ ਸਿੱਖਿਆ ਦੇ ਰਿਹਾ ਹੈ। ਇੱਥੇ ਇਹ ਪੇਕੇ ਘਰ ਦੇ ਵਿੱਚ ਸਾਨੂੰ ਥਾਂ ਕਿੱਥੇ ਮਿਲਣੀਆਂ? ਸਤਸੰਗਤ ਦੇ ਵਿੱਚ। ਸਤਸੰਗ ਕਰਨੀ ਸਾਡੇ ਲਈ ਅਤੀ ਜ਼ਰੂਰੀ ਹੈ। ਜਦੋਂ ਸਤਸੰਗਤ ਕਰਾਂਗੇ ਫਿਰ ਪਰਲੋਕ ਦੇ ਵਿੱਚ ਸਾਨੂੰ ਆਸਰਾ ਪੱਕਾ ਮਿਲੇਗਾ। ਆਮ ਕਰਕੇ ਬੱਚਿਆਂ ਨੂੰ ਮੈਂ ਇਹੀ ਕਹਿਣਾ ਹੁੰਦਾ ਸੀ, ਬੇਟੀਓ ਧੀਓ, ਜੇ ਤੁਸੀਂ ਵਧੀਆ ਧੀਆਂ ਨਾ ਬਣ ਸਕੀਆਂ, ਡੀਰੇਲ ਹੋ ਗਈਆਂ ਤੁਸੀਂ ਲਾਈਫ ਤੋਂ, ਅਸੂਲਾਂ ਤੋਂ ਪਾਟੜੀ ਤੋਂ ਉਤਰ ਗਈਆਂ, ਤੁਸੀਂ ਵਧੀਆ ਧੀਆਂ ਨਹੀਂ ਬਣ ਸਕਦੀਆਂ। ਮੈਂ ਗਰੰਟੀ ਨਾਲ ਕਹਿਣਾ ਤੁਸੀਂ ਵਧੀਆ ਪਤਨੀਆਂ ਵੀ ਨਹੀਂ ਬਣ ਸਕਦੀਆਂ, ਵਧੀਆ ਵਿਦਿਆਰਥਣਾਂ ਵੀ ਨਹੀਂ ਬਣ ਸਕਦੀਆਂ, ਫਿਰ ਵਧੀਆ ਮਾਵਾਂ ਵੀ ਨਹੀਂ ਬਣੋਗੀਆਂ, ਵਧੀਆ ਦਾਦੀਆਂ ਵੀ ਨਹੀਂ ਬਣੋਗੀਆਂ, ਵਧੀਆ ਤੁਸੀਂ ਨਾਨੀਆਂ ਵੀ ਨਹੀਂ ਬਣੋਗੀਆਂ, ਵਧੀਆ ਸੱਸਾਂ ਵੀ ਨਹੀਂ ਬਣੋਗੀਆਂ, ਕਿਉਂਕਿ ਡੀਰੇਲ ਹੋ ਗਿਆ। ਆਪਣੇ ਪਟਿਆਲੇ ਤੋਂ ਫਰਜ਼ ਕਰ ਲਓ ਆਪਾਂ ਨੇ ਹਜ਼ੂਰ ਸਾਹਿਬ ਨੂੰ ਜਾਣਾ। ਜੇ ਗੱਡੀ ਇੱਥੇ ਰਾਜਪੁਰੇ ਤੋਂ ਪਹਿਲੀ ਪਟੜੀ ਤੋਂ ਉਤਰ ਗਈ, ਉਹਨੇ ਹਜ਼ੂਰ ਸਾਹਿਬ ਕਦੋਂ ਪਹੁੰਚਣਾ? ਬੱਚਿਓ, ਅਜੇ ਤੁਹਾਡੀ ਇਹ ਇਨੀਸ਼ੀਅਲ ਸਟੇਜ ਹੈ, ਆਰੰਭਕ ਅਵਸਥਾ ਤੁਹਾਡੀ। ਜੇ ਤੁਸੀਂ ਹੁਣ ਡੀਰੇਲ ਹੋ ਗਈਆਂ ਬੱਚਿਓ, ਤੁਹਾਡੀ ਜ਼ਿੰਦਗੀ ਬਹੁਤ ਮੁਸ਼ਕਲਾਂ ਨਾਲ ਭਰ ਜਾਣੀ ਹੈ। ਇਸ ਕਰਕੇ ਹਾਂ, ਸੰਸਾਰਕ ਭੋਗ ਬੜੇ ਸੋਹਣੇ ਹੁੰਦੇ ਨੇ, ਬੜੇ ਮਿੱਠੇ ਲੱਗਦੇ ਨੇ, ਪਰ ਯਾਦ ਰੱਖੋ ਇਹ ਨਿਰੇ ਦੁੱਖਾਂ ਨਾਲ ਭਰੇ ਹੋਏ ਨੇ। ਜਿਵੇਂ ਨਾ ਜ਼ਹਿਰਾਂ ਹੁੰਦੀਆਂ ਨੇ, ਜ਼ਹਿਰ ਲਗਭਗ ਸੋਹਣੀ ਹੁੰਦੀ ਆ। ਸਾਡੇ ਕੋਲੇ ਪੋਟਾਸ਼ੀਅਮ ਦੇ ਸਾਲਟ ਸੀ, ਪੋਟਾਸ਼ੀਅਮ ਦਾ ਸਾਲਟ ਲਗਭਗ ਜ਼ਹਿਰ ਹੁੰਦਾ। ਪੋਟਾਸ਼ੀਅਮ ਸਾਇਨਾਈਡ ਤਾਂ ਇੱਕ ਐਸੀ ਜ਼ਹਿਰ ਹੈ ਜਿਹਦਾ ਕੋਈ ਸਵਾਦ ਨਹੀਂ ਦੱਸ ਸਕਿਆ ਅਜੇ ਤੱਕ। ਬੜੇ ਸੋਹਣੇ ਦੇਖਣ ਨੂੰ ਮਨਮੋਹਕ ਰੰਗ ਹੁੰਦੇ ਨੇ ਉਹਨਾਂ ਦੇ, ਪਰ ਉਹਦੇ ਵਿੱਚ ਮੌਤ ਛੁਪੀ ਹੋਈ ਹੈ। ਸੱਪ ਕਿੰਨਾ ਸੋਹਣਾ ਹੁੰਦਾ ਹੈ,
ਐਂ ਦੇਖ ਲਓ, ਪਤਾ ਨਹੀਂ ਆਪਾਂ ਮੇਰੇ ਖਿਆਲ ਰੋਜ਼ ਨਹਾ ਕੇ ਵੀ ਐਨ ਸਾਬਣਾ ਲਾ ਕੇ ਵੀ ਸਾਡੀ ਸਕਿਨ ਉਨੀ ਨਹੀਂ ਲਿਸ਼ਕਾਰੇ ਮਾਰਦੀ ਜਿੰਨੀ ਸੱਪ ਦੀ ਮਾਰਦੀ ਹੈ, ਪਰ ਨਿਰੀ ਜ਼ਹਿਰ ਹੁੰਦੀ ਆ ਉਹਦੇ ਵਿੱਚ। ਇਹ ਕੋਈ ਜ਼ਰੂਰੀ ਨਹੀਂ, ਇਹ ਜਿਹੜੇ ਸੰਸਾਰਕ ਭੋਗ ਨੇ ਸੋਹਣੇ ਹੁੰਦੇ ਨੇ, ਸਵਾਦੀ ਲੱਗਦੇ ਨੇ, ਪਰ ਉਹਨਾਂ ਦੇ ਵਿੱਚ ਸਾਡਾ ਨੁਕਸਾਨ ਹੁੰਦਾ। ਅੱਗੇ ਬਾਬਾ ਜੀ ਕਹਿੰਦੇ ਸਹੁਰੈ ਪਈਆ ਕੰਤ ਕੀ, ਕੰਤ ਅਗੰਮ ਅਥਾਹ, ਨਾਨਕ ਸੋ ਸੁਹਾਗਣੀ, ਜੋ ਭਾਵੈ ਵੇ ਪਰਵਾਹ। ਸਹੁਰੈ ਪੇਕੇ ਭਾਵ ਪੇਕਾ ਇਹ ਲੋਕ, ਸਹੁਰਾ ਪਰਲੋਕ। ਕਹਿੰਦੇ ਜਦੋਂ ਪੇਕੇ ਘਰ ਕੋਈ ਸਾਡੀ ਬੱਚੀ, ਕੋਈ ਸਾਡੀ ਧੀ ਭੈਣ ਆਪਣੇ ਪਤੀ ਦਾ ਖਿਆਲ ਰੱਖ ਕੇ ਆਪਣਾ ਸੱਤ ਕਾਇਮ ਰੱਖਦੀ ਹੈ, ਆਪਣੇ ਆਚਰਣ ਤੋਂ ਡਿੱਗਦੀ ਨਹੀਂ। ਬੰਦੇ ਦੇ ਆਚਰਣ ਨੂੰ ਜਤ ਕਹਿੰਦੇ ਨੇ, ਬੀਬੀ ਦੇ ਆਚਰਣ ਨੂੰ ਸੱਤ ਕਹਿੰਦੇ ਨੇ। ਆਮ ਕਰਕੇ ਕਿਹਾ ਜਾਂਦਾ ਸੀਤਾ ਮਤਲਬ ਸਤੀ ਸਵਿਤਰੀ। ਸਤੀ ਦਾ ਮਤਲਬ ਇਹ ਬੀਬੀਆਂ ਵਾਸਤੇ ਸ਼ਬਦ ਹੁੰਦਾ ਉੱਚੇ ਆਚਰਣ ਵਾਲੀ ਬੀਬੀ। ਜਤੀ ਇਹ ਭਾਈਆਂ ਵਾਸਤੇ ਹੁੰਦਾ ਉੱਚੇ ਆਚਰਣ ਵਾਲਾ ਭਾਈ। ਸਹੁਰੈ ਪਈਆ ਕੰਤ ਕੀ, ਕੰਤ ਦੀ ਖਿਆਲ ਨੂੰ ਰੱਖ ਕੇ, ਕੰਤ ਦੀ ਪਰਵਾਹ ਕਰਦਿਆਂ ਹੋਇਆਂ, ਕੰਤ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਆਪਣੇ ਸਤ ਧਰਮ ਦੇ ਉੱਤੇ ਕਾਇਮ ਰਹਿੰਦੀ ਹੈ ਜਿਹੜੀ ਬੀਬੀ। ਉਸ ਕੰਤ ਦੀ ਜਿਹੜਾ ਕਿ ਕੰਤ ਅਗੰਮ ਅਥਾਹ ਹੈ। ਦੇਖੋ ਉਹ ਕੰਤ ਦੇਖਿਆ ਵੀ ਨਹੀਂ ਹੁੰਦਾ ਬੀਬੀਆਂ ਨੇ। ਚਲ ਹੁਣ ਤਾਂ ਜ਼ਮਾਨਾ ਹੋਰ ਹੋ ਗਿਆ, ਸਾਡੇ ਵੇਲੇ ਜਦੋਂ ਅਸੀਂ ਹੁੰਦੇ ਸੀ ਬਚਪਨ ਦੇ ਵਿੱਚ ਦੇਖਿਆ ਉਹ ਬੀਬੀ ਨੇ ਆਪਣਾ ਕੰਤ ਦੇਖਿਆ ਵੀ ਨਹੀਂ ਹੁੰਦਾ, ਫਿਰ ਵੀ ਉਹ ਕੰਤ ਦੇ ਲਈ ਸਿਰਹਾਣੇ ਕੱਢਦੀ ਸੀ, ਚਾਦਰਾਂ ਤੇ ਫੁੱਲ ਬੂਟੇ ਪਾਉਂਦੀ ਸੀ, ਉਹਦੀਆਂ ਸਵਾਟਰਾਂ ਕੋਟੀਆਂ, ਹੈ ਨਾ। ਕਈ ਵਾਰੀ ਸੱਚੀ ਮੈਨੂੰ ਆ ਲੱਗਣਾ ਵੀ ਉਹ ਪੱਖੀਆਂ, ਵੀ ਹਾਂ ਜੀ ਇਹ ਪੱਖੀ ਝੱਲਣੀਆਂ ਉਦੋਂ, ਮਤਲਬ ਕੰਤ ਦੇ ਪਿਆਰ ਦੇ ਵਿੱਚ ਇਹ ਸਾਰਾ ਦਾਜ ਤਿਆਰ ਕਰਦੀ ਸੀ। ਅਸਲੀ ਦਾਜ ਸਤ ਧਰਮ ਕਾਇਮ ਰੱਖਦੀ ਸੀ। ਹੁਣ ਉਹਨੇ ਕੰਤ ਲਈ ਇੰਨਾ ਕੁਛ ਕੀਤਾ। ਉਹ ਕਹਿੰਦੇ ਫਿਰ ਕੰਤ ਕੀ ਹੈ, ਫਿਰ ਕੰਤ ਨੂੰ ਤਾਂ ਪਿਆਰ ਆਏਗਾ ਹੀ ਆਏਗਾ। ਉਹਦੀ ਕਲਾ ਕਿਰਤੀਆਂ, ਉਹਦੀ ਮਿਹਨਤ ਦੇਖ ਕੇ ਪਹਿਲਾਂ, ਉਸ ਤੋਂ ਪਹਿਲਾਂ ਜਿਹੜੀਆਂ ਦਾਦੀਆਂ ਨਾਨੀਆਂ ਸੀ ਉਹ ਵਾਗ ਫਲਕਾਰੀਆਂ ਹੱਥਾਂ ਨਾਲ ਕੱਢਦੀਆਂ ਹੁੰਦੀਆਂ ਸੀ। ਉਹ ਇੰਨੇ ਭਾਰੀ ਵਾਗ ਕਈ ਵਾਰੀ ਅਸੀਂ ਦੇਖ ਕੇ ਹੈਰਾਨ ਹੋ ਜਾਣਾ, ਪੁੱਛਣਾ ਨਾਨੀ ਇਹ ਤੁਸੀਂ ਕਿੰਨੇ ਚਿਰ 'ਚ ਕੱਢੇ? ਉਹ ਕਦੇ ਕਹਿੰਦੇ ਸੀ ਇਹ 2.5 ਮਹੀਨਿਆਂ 'ਚ ਕੱਢਿਆ, ਆ 6 ਮਹੀਨੇ ਲੱਗ ਗਏ ਸੀ ਭਾਈ, ਇਹਨੂੰ ਇੰਨੇ ਲੱਗ ਗਏ ਸੀ। ਇੰਨੀਆਂ ਤਿਆਰੀਆਂ ਕਰਦੀਆਂ ਪਹਿਲਾਂ। ਹੁਣ ਤਾਂ ਸਾਡਾ ਰੈਡੀਮੇਡ ਸਮਾਨ ਮਿਲ ਜਾਂਦਾ। ਹੁਣ ਇਹ ਸ਼ਲੋਕ ਦੇ ਵਿੱਚ ਬਾਬਾ ਜੀ ਦੱਸ ਰਹੇ ਨੇ ਜਦੋਂ ਕੰਤ ਦੀ ਪਰਵਾਹ ਸਹੁਰੇ ਪੇਕੇ ਕਰੀ ਜਾਂਦੀ ਆ, ਉਸ ਕੰਤ ਅਗੰਮ ਅਥਾਹ ਦੀ, ਜਿਹੜਾ ਕਿ ਪਰਮਾਤਮਾ ਅਪਹੁੰਚ ਹੈ, ਜਿਹੜਾ ਬੇਅੰਤ ਹੈ, ਫਿਰ ਗੱਲ ਬਣ ਜਾਂਦੀ ਹੈ। ਨਾਨਕ ਸੋ ਸੁਹਾਗਣੀ, ਫਿਰ ਉਹ ਪਤੀ ਨੂੰ ਚੰਗੀ ਲੱਗਦੀ ਹੈ। ਕਹਿੰਦੇ ਫਿਰ ਇਹ ਨਾਨਕ ਅਸਲ ਦੇ ਵਿੱਚ ਉਹ ਸੁਹਾਗਣ ਹੈ। ਸਾਧ ਸੰਗਤ ਜਿਹੜਾ ਹੈ ਉੱਪਰ ਸ਼ਲੋਕ ਲਿਖਿਆ ਨਾ ਬਾਬਾ ਫਰੀਦ ਜੀ ਦਾ, ਇਸ ਸ਼ਲੋਕ ਦੀ ਵਿਆਖਿਆ ਕੀਤੀ ਹੈ ਗੁਰੂ ਨਾਨਕ ਦੇ ਗੁਰੂ ਮਹਾਰਾਜ ਨੇ, ਤੀਸਰੇ ਪਾਤਸ਼ਾਹ ਨੇ। ਇਹ ਇੱਥੇ ਮਤਲਬ ਬੇਸ਼ੱਕ ਮਹਿਲਾ ਤੀਜਾ ਨਹੀਂ ਲਿਖਿਆ ਕਿਉਂਕਿ ਨਾਨਕ ਸ਼ਬਦ ਆ ਗਿਆ। ਇਹ ਉਹ ਕਿਉਂਕਿ ਨਾ ਕਈ ਸ਼ਲੋਕਾਂ ਦੇ ਅਰਥ ਬੜੇ ਡੂੰਘੇ ਨੇ, ਉਹਨਾਂ ਦੀ ਗੱਲ ਸਾਨੂੰ ਸਮਝ ਨਹੀਂ ਆਉਂਦੀ। ਇਸ ਨੂੰ ਕਹਿੰਦੇ ਨੇ ਟੀਕਾ ਕਰਨਾ, ਇਸ ਨੂੰ ਕਹਿੰਦੇ ਨੇ ਉਸ ਨੂੰ ਖੋਲ੍ਹ ਕੇ ਲਿਖਣਾ। ਇਹ ਮਤਲਬ ਮਹਾਰਾਜ ਨੇ ਆ ਲਿਖਿਆ ਕਿ ਅਸਲ ਦੇ ਵਿੱਚ ਉਹ ਸੁਹਾਗਣ ਹੈ ਜਿਹੜੀ ਪਤੀ ਪਰਮੇਸ਼ਰ ਨੂੰ ਭਾ ਜਾਂਦੀ ਹੈ, ਚਾਹੇ ਉਹ ਕਿਹੋ ਜਿਹੀ ਹੋਵੇ, ਉਹਦਾ ਸਰੀਰਕ ਬਣਤਰ ਕਿਹੋ ਜਿਹੀ ਹੋਵੇ। ਸਾਧ ਸੰਗਤ ਜੀ ਅਸਲ ਦੇ ਵਿੱਚ ਦੇਖਿਆ ਸਰੀਰਕ ਸੁਹੱਪਣ ਤਾਂ 4 ਦਿਨਾਂ ਦੀ ਚਾਂਦਨੀ ਹੁੰਦਾ। ਜੇ ਬੀਬੀ 'ਚ ਨਿਮਰਤਾ ਨਹੀਂ, ਬੀਬੀ 'ਚ ਸਹਿਣਸ਼ੀਲਤਾ ਨਹੀਂ, ਬੀਬੀ ਦੇ ਵਿੱਚ ਕੋਈ ਹੁਨਰ ਨਹੀਂ ਹੈ, ਬੀਬੀ ਦੇ ਵਿੱਚ ਜਿਹੜਾ ਹੈ ਕੋਈ ਸਬਰ ਸੰਤੋਖ ਨਹੀਂ ਹੈ, ਉਹਦਾ ਕੋਈ ਸਤ ਨਹੀਂ ਹੈ, ਤਾਂ ਉਹ ਸੋਹਣੀ ਸੁਨੱਖੀ ਬੀਬੀ ਵੀ 4 ਦਿਨਾਂ ਦੇ ਵਿੱਚ ਆਪਣੀ ਕਦਰ ਗਵਾ ਲੈਂਦੀ ਹੈ। ਬੀਬੀ ਦੇ ਵਿੱਚ ਸਾਰੇ ਇਸਤਰੀ ਵਾਲੇ ਧਰਮ ਪੂਰੇ ਨੇ। ਮੈਂ ਕਈ ਵਾਰੀ ਦੇਖਿਆ ਕੋਈ ਅੰਗਹੀਣੀ ਬੀਬੀ ਵੀ, ਸਰੀਰਕ ਬਣਤਰ ਤੋਂ ਕਈ ਵਾਰੀ ਬਿਮਾਰੀ ਕਾਰਨ ਕਰੂਪ ਬੀਬੀ ਵੀ ਬੜੀ ਇੱਜ਼ਤ ਮਾਨ ਸਤਿਕਾਰ ਪਾ ਲੈਂਦੀ ਹੈ। ਅੱਗੇ ਬਾਬਾ ਜੀ ਫਰਮਾ ਰਹੇ ਨਾਤੀ ਧੋਤੀ ਸੰਭੀ, ਸੁੱਤੀ ਆਏ ਨਿਚਿੰਦ, ਫਰੀਦਾ ਰਹੀ ਸੋ ਵੇੜੀ ਹਿੰਗ ਦੀ, ਗਈ ਕਥੂਰੀ ਗੰਧ। ਨਾਤੀ ਨਹਾ ਲੈਣਾ, ਧੋਤੀ ਮਨ ਨੂੰ ਧੋ ਲੈਣਾ, ਸੰਭੀ ਸੌਂ ਜਾਣਾ, ਸੰਭਰ ਜਾਣਾ,
ਸੰਭੀ ਸੰਵਰ ਜਾਣਾ, ਆਪਣੇ ਆਪ ਨੂੰ ਸੰਵਾਰ ਲੈਣਾ, ਸ਼ਿੰਗਾਰ ਲੈਣਾ, ਸੁੱਤੀ ਸੌਂ ਜਾਣਾ, ਆਏ ਨਿਚਿੰਤ ਬੇਫਿਕਰ ਹੋ ਕੇ। ਹੁਣ ਕਈ ਵਾਰੀ ਆਪਾਂ ਉੱਠਦੇ ਹਾਂ ਅੰਮ੍ਰਿਤ ਵੇਲੇ 4 ਵਜੇ ਉੱਠ ਗਏ, ਨਹਾ ਲਏ, ਕੇਸਾਂ ਨੂੰ ਕੰਘਾ ਕਰ ਲਿਆ, ਬਰਸ਼ ਕਰ ਲਿਆ ਕਿ ਜੀ ਹੁਣ ਨਿਤਨੇਮ ਕਰਾਂਗੇ, ਪਰਮਾਤਮਾ ਦੀ ਬੰਦਗੀ ਕਰਾਂਗੇ। ਮਾੜੀ ਕਿਸਮਤ ਨਾਲ ਕੀ ਹੁੰਦਾ, ਕੋਈ ਫੋਨ ਆ ਗਿਆ ਕਿਸੇ ਰਿਸ਼ਤੇਦਾਰ ਦਾ, ਕਿਉਂਕਿ ਬਾਹਰਲਿਆਂ ਕੋਲੇ ਉਹੀ ਟਾਈਮ ਹੁੰਦਾ, ਧੀ ਦਾ ਪੁੱਤ ਦਾ ਆ ਗਿਆ ਫੋਨ ਜਾਂ ਮੈਸੇਜ ਆ ਗਿਆ, ਕੋਈ ਵਟਸਐਪ ਖੋਲ੍ਹ ਲਿਆ। ਫਿਰ ਸਾਧ ਸੰਗਤ ਜੀ ਉਹਦੀ ਪਤਾ ਲੱਗਦਾ ਵੀ ਉਹ ਪਤਾ ਨਹੀਂ ਲੱਗਦਾ ਟਾਈਮ ਦਾ, ਬੰਦਾ ਬਸ ਐਸਾ ਉਲਝਦਾ ਉਹ 'ਚ। ਹੁਣ ਇੱਥੇ ਬਾਬਾ ਜੀ ਦੱਸ ਰਹੇ ਨੇ, ਕਹਿੰਦੇ ਪਤੀ ਦੇ ਪ੍ਰੇਮ 'ਚ ਪਤੀ ਵਾਸਤੇ ਨਹਾਤੀ ਵੀ ਸੀ, ਆਪਣੇ ਆਪ ਨੂੰ ਧੋਤਾ ਵੀ ਸੀ, ਸੰਵਾਰਿਆ ਵੀ ਸੀ ਆਪਣੇ ਆਪ ਨੂੰ, ਪਰ ਗਲਤੀ ਕਿੱਥੇ ਕਰ ਗਈ, ਬੇਫਿਕਰ ਹੋ ਕੇ ਸੌਂ ਗਈ, ਪਤੀ ਦੀ ਉਡੀਕ ਨਹੀਂ ਕੀਤੀ ਹੈ। ਪਤੀ ਨਾਲ ਕੋਈ ਮੁਹੱਬਤ ਦੀਆਂ ਗੱਲਾਂ, ਕੋਈ ਪਿਆਰ ਦੀਆਂ ਗੱਲਾਂ, ਮਿੱਠੜੇ ਬੋਲ ਬੋਲੇ ਨਹੀਂ ਹੈਗੇ, ਬੇਫਿਕਰ ਹੋ ਕੇ ਸੌਂ ਗਈ। ਫਰੀਦਾ ਰਹੀ ਸੋ ਵੇੜੀ ਹਿੰਗ ਦੀ। ਹਿੰਗ ਇੱਕ ਆਪਣੇ ਰਸੋਈਆਂ 'ਚ ਆਪਾਂ ਵਰਤਦੇ ਹਾਂ, ਜੇ ਕੋਈ ਗੈਸ ਗੂਸ ਬਣਦੀ ਹੋਵੇ, ਹਾਜਮਾ ਨਾ ਹੋਵੇ, ਮਤਲਬ ਪਚਦਾ ਨਾ ਹੋਵੇ, ਇਹਦੀ ਜਿਹੜੀ ਹੈ ਤਾਸੀਰ ਗਰਮ ਹੁੰਦੀ ਹੈ। ਥੋੜ੍ਹੀ ਹਿੰਗ ਖਾਂਦੇ ਹਾਂ ਆਪਾਂ, ਹਿੰਗੋਲੀ ਗੋਲੀ ਵੀ ਬਣਾਈ ਹੈ, ਉਹਨੇ ਜਿਹੜੇ ਆਪਣੇ ਹਿਰਦੇ ਨੂੰ, ਜਿਗਰ ਨੂੰ ਗਰਮੈਸ਼ ਦੇਣੀ ਆ, ਉਹ ਖਾਧਾ ਪੀਤਾ ਪਚ ਜਾਂਦਾ। ਪਰ ਇਹਦੀ ਜਿਹੜੀ ਗੰਧ ਹੁੰਦੀ ਹੈ ਨਾ, ਇਹਦੀ ਸਮੈਲ ਹੁੰਦੀ ਹੈ, ਉਹ ਜਿਹੜੀ ਆਪਣਾ ਨੱਕ ਨੂੰ ਚੰਗੀ ਨਹੀਂ ਲੱਗਦੀ, ਹੋਰ ਭੈੜੀ ਜੀ ਬਦਬੂ ਹੁੰਦੀ ਹੈ। ਕਥੂਰੀ ਮਤਲਬ ਕਥੂਰੀ ਦਾ ਮਤਲਬ ਕਸਤੂਰੀ। ਕਹਿੰਦੇ ਹੁਣ ਅੰਦਰ ਹਉਮੈ ਦੀ ਕਿ ਜੀ ਮੈਂ ਨਹਾਤੀ ਹਾਂ, ਮੈਂ ਧੋਤੀ ਹਾਂ, ਮੈਂ ਸੰਵਰੀ ਹੋਈ ਹਾਂ, ਮੈਂ ਸੋਹਣੀ ਹਾਂ, ਇਹ ਹੰਕਾਰ ਰੂਪੀ ਹਿੰਗ ਦੀ ਦੁਰਗੰਧੀ ਤਾਂ ਰਹਿ ਗਈ, ਬੇੜੀ ਮੈਨੇ ਲਿਬੜੀ ਹੋਈ, ਹਉਮੈ ਰੂਪੀ ਹਿੰਗ ਨਾਲ ਲਿਬੜੀ ਤਾਂ ਰਹਿ ਗਈ, ਪਰ ਜਿਹੜੀ ਕਸਤੂਰੀ ਦੀ ਸ਼ੁਭ ਗੁਣਾਂ ਦੀ, ਨਿਮਰਤਾ ਦੀ ਕਸਤੂਰੀ ਵਾਲੀ ਗੰਧ ਸੀ, ਉਹ ਚਲੀ ਗਈ। ਅੰਤਰੀਵ ਭਾਵ ਇਹ ਹੈ, ਕਈ ਬੰਦੇ ਤੀਰਥਾਂ 'ਤੇ ਨਹਾਉਣ ਜਾਂਦੇ ਨੇ, ਕੋਈ ਹਜ਼ੂਰ ਸਾਹਿਬ ਜਾਂਦਾ ਹੈ, ਕੋਈ ਪਟਨਾ ਸਾਹਿਬ ਜਾਂਦਾ ਹੈ, ਕੋਈ ਹੇਮਕੁੰਟ ਸਾਹਿਬ ਜਾਂਦਾ ਹੈ, ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਨੇ, ਮਨ ਨੂੰ ਧੋਣ ਦਾ ਯਤਨ ਕਰਦੇ ਨੇ, ਸੰਵਾਰਦੇ ਨੇ ਆਪਣੇ ਆਪ ਨੂੰ ਧਾਰਮਿਕ ਪਹਿਰਾਵੇ ਨਾਲ, ਪਰ ਬੇਫਿਕਰ ਹੋ ਕੇ ਅਵਿਦਿਆ ਦੀ ਨੀਂਦ, ਗਾਫਲਤਾ ਦੀ ਨੀਂਦ ਸੌਂ ਜਾਂਦੇ ਨੇ। ਭਾਵ ਉੱਥੇ ਸੁਣਨਾ ਸੀ ਤਾਂ ਕੀਰਤਨ, ਪਰ ਉੱਥੇ ਕੰਬਲ ਲੂਈਆਂ ਖਰੀਦ ਰਹੇ ਨੇ ਕਮਲੇ। ਮੈਂ ਹਜ਼ੂਰ ਸਾਹਿਬ ਦੇਖਿਆ, ਜਾਣਾ ਤਾਂ ਗੁਰਮੁਖ ਬਣਨ ਸੀ, ਉੱਥੇ ਜਾ ਕੇ ਭਾਂਡੇ, ਨਾਰੀਅਲ ਦਾ ਤੇਲ, ਮਸਾਲੇ ਖਰੀਦੇ ਨੇ, ਜਾਣਾ ਤਾਂ ਗੁਰਮੁਖ ਬਣਨ ਸੀ, ਉੱਥੋਂ ਗਧੇ ਬਣ ਕੇ ਆਉਂਦੇ ਨੇ, 2 ਬੈਗ ਮੋਢਿਆਂ 'ਤੇ, ਝੋਲੇ ਐਂ ਭਰੇ ਭਰਾਏ। ਜਾਣਾ ਗੁਰਮੁਖ ਬਣਨ ਸੀ, ਗਏ ਤਾਂ ਨਹਾਉਣ ਧੋਣ ਵਾਸਤੇ ਸੀ ਕਿ ਪਤੀ ਨੂੰ ਜਿਹੜਾ ਹੈ ਭਾ ਜੀਏ, ਪਰ ਉੱਥੇ ਜਾ ਕੇ ਉਲਝ ਗਏ ਹੋਰ ਕੰਮਾਂ 'ਚ। ਇੱਕ ਦੋ ਮੈਂ ਭੈਣਾਂ ਨੂੰ ਕਿਹਾ, ਰਿਸ਼ਤੇਦਾਰਾਂ ਨੂੰ, ਵੀ ਆਹ ਇੰਨਾ ਕਾਹਦੇ ਵਾਸਤੇ ਚੱਕਿਆ? ਲੈ ਵੀਰੇ ਤੁਹਾਨੂੰ ਕੀ ਪਤਾ, ਬੰਦਿਆਂ ਨੂੰ ਆਹ ਜਠਾਣੀ ਵਾਸਤੇ ਗਲਾਸ ਲੈ ਕੇ ਜਾਣਾ ਸੀ, ਦਰਾਣੀ ਵਾਸਤੇ ਗੜਬੀ ਲੈ ਕੇ ਜਾਣੀ ਸੀ, ਪੇਕਿਆਂ ਵਾਸਤੇ ਆਹ ਲੈ, ਓਹੋ ਇਹ ਤਾਂ ਭਾਂਡੇ ਉੱਥੇ ਹੀ ਮਿਲ ਜਾਂਦੇ ਨੇ। ਲੈ ਫਿਰ ਆਖਣਗੇ ਤੁਸੀਂ ਹਜ਼ੂਰ ਸਾਹਿਬ ਗਈਆਂ ਸੀ, ਲੈ ਕੇ ਨਹੀਂ ਗਈਆਂ ਕੁਛ। ਚਲੋ ਭਾਈ ਠੀਕ ਹੈ, ਇਹ ਤੁਹਾਡਾ ਆਪਣਾ ਖਿਆਲ ਹੈ, ਸਾਨੂੰ ਤਾਂ ਇੰਨਾ ਪਤਾ ਵੀ ਇੱਥੋਂ ਗਧੇ ਬਣ ਕੇ ਨਹੀਂ ਜਾਣਾ, ਲੱਦ ਕੇ ਨਹੀਂ ਜਾਣਾ, ਸਾਨੂੰ ਤਾਂ ਇੰਨਾ ਕੁ ਦੱਸਿਆ ਮਹਾਂਪੁਰਖਾਂ ਨੇ। ਹੁਣ ਬੰਦੇ ਜਾਂਦੇ ਨੇ ਉੱਥੇ, ਪਰ ਬੇਫਿਕਰੀ 'ਚ ਆ ਕੇ ਸੌਂ ਗਏ। ਜਿਹੜਾ ਚੀਜ਼ ਲੈਣ ਜਾਣੀ ਸੀ, ਉੱਥੇ ਕਥਾ ਕੀਰਤਨ ਸੁਣਨਾ ਸੀ, ਗੁਰੂ ਦਾ ਪ੍ਰੇਮ ਕੋਈ ਖੱਟਣਾ ਸੀ, ਉਸ ਚਾਰਜਡ ਜਿਹੜਾ ਮਤਲਬ ਐਟਮੋਸਫੀਅਰ ਹੈ, ਉਹਦੇ ਵਿੱਚ ਜਾ ਕੇ ਕੁਛ ਨਾ ਕੁਛ ਚਾਰਜ ਹੋ ਕੇ ਆਉਣਾ ਸੀ। ਉੱਥੇ ਤਾਂ ਗਏ ਨਹੀਂ, ਉੱਥੇ ਬਾਜ਼ਾਰਾਂ 'ਚ ਹੀ ਘੁੰਮਦੇ ਰਹੇ, ਆਹ ਸਮਾਨ ਖਰੀਦਦੇ। ਅਸੀਂ ਕੋਈ ਵਪਾਰੀ ਥੋੜ੍ਹਾ, ਹਾਂ ਅਸੀਂ ਤਾਂ ਨਾਮ ਕੇ ਵਪਾਰੀ ਹਾਂ। ਅਸੀਂ ਤਾਂ ਨਾਮ ਲੈਣ ਜਾਣਾ ਸੀ, ਉੱਥੇ ਸੰਗਤਾਂ ਦੀ ਧੂੜ ਲੈਣ ਜਾਣੀ ਸੀ, ਉੱਥੇ ਕੋਈ ਸੇਵਾ ਕਰਨੀ ਸੀ। ਸਤ ਸੰਗਤ ਜੀ ਉੱਥੇ ਥੋੜ੍ਹੀ ਜਿਹੀ ਕੀਤੀ ਸੇਵਾ ਵੀ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਜਾਂਦੀ ਹੈ, ਬਹੁਤ ਸਾਰੀ। ਥੋੜ੍ਹਾ ਆਪ ਜੀ ਨੂੰ ਪਤਾ, ਮੈਂ ਕਮਰ ਦੇ ਦਰਦ ਤੋਂ ਕਿੰਨਾ ਪੀੜਤ ਸੀ। ਦੁਪਹਿਰੇ ਅਸੀਂ ਉੱਥੇ ਹਜ਼ੂਰ ਸਾਹਿਬ ਨਾ, ਦੁਪਹਿਰੇ 12 ਕੁ ਵਜੇ ਦਰਬਾਰ ਸਾਹਿਬ ਦੀ ਸੇਵਾ ਹੁੰਦੀ ਆ, ਮੈਟ ਮੂਟ ਚੱਕ ਕੇ ਝਾੜੂ ਪੋਚਾ ਲੱਗਦਾ। ਚੱਲ ਮੈਂ ਵੀ ਸੋਚਿਆ ਰਘਬੀਰ ਸਿੰਘ ਹੂੰ ਤਾਂ ਠੀਕ ਆ, ਵੀ ਆਪਾਂ ਵੀ ਚੀਚੀ ਵੱਢ ਸ਼ਹੀਦਾਂ 'ਚ ਸ਼ਾਮਿਲ ਹੋ ਜਾਈਏ, ਵੀ ਹਾਂ ਦੇਖੋ ਜੀ ਅਸੀਂ ਵੀ ਗੁਰੂ ਵਾਸਤੇ ਤਾਂ ਖੂਨ ਤਾਂ ਵਹਾਏ ਹੀ ਹੈ, ਚੀਚੀ ਵਢਾ ਕੇ ਚੱਲ ਪਾ ਚੱਲਦੇ ਹਾਂ। ਅਸੀਂ ਤਾਂ ਗਏ ਸੇਵਾ ਕਰਨ ਵਾਸਤੇ, ਉੱਥੇ ਕਾਰ ਸੇਵਾ ਵਾਲਾ ਬਾਬਾ ਖੜਾ, ਕਹਿੰਦਾ ਉਹ ਗੁਰਮੁਖ ਹੋ ਰਿਹਾ, ਹੋ ਰਿਹਾ, ਹੋ ਰਿਹਾ। ਹੁਣ ਪੈਰ ਜੇ ਘਸੀਟਦੇ, ਚਲੋ ਉੱਥੇ ਚਲੇ ਗਏ।
ਉੱਥੇ ਇੱਟਾਂ ਦਾ ਟਰੱਕ ਆਇਆ ਹੋਇਆ ਸੀ। ਕਹਿੰਦੇ ਉਹ ਟਰੱਕ ਤਾਂ ਲਾਹ ਤਾ। ਮੈਨੂੰ ਕਹਿੰਦੇ ਦੇਖਣ ਨੂੰ ਤਾਂ ਸੋਹਲ ਜੇ ਲੱਗਦੇ ਹੋ, ਚੱਲ ਐਂ ਕਰੋ ਆ ਬੀਬੀਆਂ ਦੇ ਨਾ ਟੋਕਰਿਆਂ 'ਚ ਇੱਟਾਂ ਪਾ ਦਿਓ। ਮੈਂ ਕਹਿੰਦਾ ਵੀ ਧੰਨ ਨੇ ਗੁਰੂ ਕੇ ਸੇਵਕ ਸੱਚੀ ਮੁੱਚੀ। ਆਹ ਕਈ ਵਾਰੀ ਤਾਂ ਐਂ ਹੁੰਦਾ ਵੀ ਰਘਬੀਰ ਸਿੰਘ ਯਾਰ ਤੇਰੇ ਤਾਂ ਜਿਉਣ ਧਰਕਾਰ ਜੋਗ ਹੈ। ਬੀਬੀਆਂ ਹਾਂ ਭੈਣੇ ਕਿੰਨੀਆਂ ਪਾਵਾਂ ਇੱਟਾਂ? ਵੀਰ ਜੀ 8 ਪਾ ਦਿਓ, ਕੋਈ ਕਹਿੰਦੀ 12 ਪਾ ਦਿਓ, ਕੋਈ ਕਹਿੰਦੀ 16 ਪਾ ਦਿਓ। ਇੱਕ ਆਈ, ਮੈਂ ਕਿੰਨੀਆਂ ਪਾਵਾਂ ਭੈਣ ਜੀ? ਕਹਿੰਦੀਆਂ ਜਿੰਨੀਆਂ ਜੀ ਕਰਦਾ। ਟੋਕਰੇ 'ਚ ਚਿਣਤੀਆਂ ਹੋਰ ਪਾ ਦਿਓ ਵੀਰ ਜੀ। ਉਹ ਐਂ ਟੋਕਰਾ ਨਾ ਜਿਵੇਂ ਮਤਲਬ ਐਂ ਟੀਸੀ ਲੱਗ ਗਈ। ਮੈਂ ਕਿਹਾ ਭੈਣੇ ਡਿੱਗ ਪਣਗੀਆਂ ਤੇਰੇ ਪੈਰਾਂ 'ਤੇ ਲੱਗਣਗੀਆਂ। ਕੁਛ ਨਹੀਂ ਹੁੰਦਾ ਵੀਰ ਜੀ, ਪਾ ਦਿਓ ਹੋਰ ਪਾ ਦਿਓ। ਹੁਣ ਜਗ੍ਹਾ ਹੀ ਨਹੀਂ ਹੈਗੀ, ਹੁਣ ਤੈਨੂੰ ਚਕਾਊ ਕੌਣ? ਹੁਣ ਚਕਾਇਆ ਮੇਰੇ ਵਰਗੇ ਨੂੰ ਪਸੀਨੇ ਛੁੱਟ ਗਏ। ਉਹ ਮੇਰੇ ਕਹਿਣ ਦਾ ਭਾਵ ਸੇਵਾ ਉੱਥੇ ਥੋੜ੍ਹੀ ਜਿਹੀ ਬੀਜੀ। ਤੁਸੀਂ ਯਕੀਨ ਮੰਨੋ ਕਿੰਨੇ ਸਾਲ ਮੇਰੀ ਕਮਰ ਨਹੀਂ ਦੁਖੀ। ਆ ਤਾਂ ਹੁਣ ਫਿਰ ਆਪਦੇ ਆਪ ਨੂੰ ਸਮਝਣ ਲੱਗ ਗਏ ਵੀ ਸਾਬਕਾ ਨੌਜਵਾਨ ਨਹੀਂ ਸਮਝਿਆ, ਜਵਾਨ ਸਮਝ ਕੇ ਹੁਣ ਫਿਰ ਉਸ ਹਿਸਾਬ ਨਾਲ ਲੱਗੇ ਕੰਮ ਕਰਨ, ਕਹੀ ਚਲਾਉਣ। ਹੁਣ ਦੁਬਾਰੇ ਫੇਰ ਕਮਰ ਕਸਾ ਲਾਉਣਾ ਪੈ ਗਿਆ। ਪਰ ਇਹ ਵੀ ਉਨੀ ਕੁ ਸੇਵਾ ਨੇ ਪਤਾ ਨਹੀਂ ਕਿਹੜਾ ਕਰਮ ਕੱਟਦਾ, ਕਿੰਨੇ ਸਾਲ ਮੌਜ ਰਹੀ। ਲੱਕ ਕੇ ਦੁੱਖ ਉੱਥੋਂ ਪਸੀਨੇ ਪਸੀਨੇ ਤਾਂ ਹੋ ਗਏ ਮਹਾਜਾਰਾ। ਤਾਂ ਜਦੋਂ ਆਏ ਮੌਜ ਨਾਲ ਬੈਗ ਚੱਕੀ ਆ ਰਹੇ ਹਾਂ, ਕੋਈ ਕਮਰ ਨਹੀਂ ਦੁਖੀ। ਕਿੱਥੇ ਉੱਥੇ ਮਤਲਬ ਪਾਸਾ ਵੀ ਰੋ ਰੋ ਕੇ ਮਾਰਦੇ ਸੀ। ਉੱਥੇ ਸਾਰੀਆਂ ਬੀਬੀਆਂ ਭਾਈ ਕਹਿੰਦੇ ਯਾਰ ਤੂੰ ਸਰੀਰ ਨਾਲ ਇੰਨਾ ਧੱਕਾ ਕਰ ਰਿਹਾ। ਮੈਂ ਯਾਰ ਕੁਛ ਨਹੀਂ ਹੁੰਦਾ, ਸਰੀਰ ਕਿਹੜਾ ਮੇਰਾ, ਕਮਰ ਵੀ ਬਾਬੇ ਦੀ ਆ, ਦਿਖਾਵੇ ਨਾ ਦਿਖਾਵੇ ਮੈਂ ਕੀ ਕਰਨਾ। ਉਹ ਜਦੋਂ ਬਾਬੇ ਨੇ ਕਿਹਾ ਪਹਿਲਾਂ ਤਾਂ ਮੈਂ ਕਿਹਾ ਯਾਰ ਹੁਣ ਲੱਕ ਤਾਂ ਦੁਖਦਾ। ਮੈਂ ਚੱਲ ਹੁਣ ਜਵਾਬ ਨਹੀਂ ਦਿੰਦੇ, ਜੋ ਹੋਊਗਾ ਸੋ ਦੇਖੀ ਜਾਊਗੀ। ਭਾਵ ਪਤਾ ਨਹੀਂ ਇੰਨੀ ਕੁ ਸੇਵਾ ਹੁਣ ਕੀ ਆ ਉੱਥੇ, ਕਿੰਨੇ ਕੁ ਟੋਕਰੇ ਆਏ ਹੋਣਗੇ ਉੱਥੇ ਮਤਲਬ। ਪਰ ਫਿਰ ਵੀ ਉਹ ਜਿਹੜਾ ਹੈ ਉਹ ਰੋਗ ਕੱਟਿਆ ਗਿਆ, ਉਹ ਕਰਮ ਕੱਟਿਆ ਗਿਆ। ਜਾਣਾ ਤਾਂ ਅਸੀਂ ਉੱਥੇ ਆ ਲੈਣ ਵਾਸਤੇ ਸੀ ਕੁਛ, ਪਰ ਕਈ ਵਾਰੀ ਅਸੀਂ ਇਸ ਅਸਲੇ ਆਪਣੇ ਏਮ ਤੋਂ ਖੁੰਝ ਜਾਈਦਾ, ਫਿਰ ਔਖਾ ਹੁੰਦਾ। ਉਹ ਕਹਿੰਦੇ ਫਿਰ ਬੇਫਿਕਰ ਹੋ ਕੇ ਸੌਂਗੀ। ਹੁਣ ਫਿਰ ਹਉਮੈ ਦੀ ਸਿਰਫ ਉਹ ਰਹਿ ਗਈ। ਹਾਂ ਜੀ ਮੈਂ ਹਜ਼ੂਰ ਸਾਹਿਬ ਗਿਆ ਸੀ ਜੀ, ਉਹ ਜੀ ਮੈਂ ਹੇਮਕੁੰਟ ਸਾਹਿਬ ਗਿਆ ਸੀ, ਪਰ ਜੋ ਉੱਥੋਂ ਰੰਗ ਲਾ ਕੇ ਲੈ ਕੇ ਆਉਣਾ ਸੀ ਉਹ ਨਹੀਂ। ਸਾਧ ਸੰਗਤ ਜੀ ਉਹ ਥਾਵਾਂ ਮੈਂ ਦੇਖਿਆ ਨਾ, ਕੁਛ ਥਾਵਾਂ ਇਹੋ ਜਿਹੀਆਂ ਨੇ ਜਿਵੇਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ। ਦੇਖੋ ਸ਼ਰਧਾ ਨਾਲ ਤਾਂ ਚਾਹੇ ਕਿਤੇ ਮਰਜ਼ੀ ਵਗ ਜੇ ਆਪਣੇ ਦੂਖ ਨਿਵਾਰ ਸਾਹਿਬ, ਪ੍ਰਤੱਖ ਤੌਰ 'ਤੇ ਗੁਰੂ ਦੀ ਜ਼ਹਰਾ ਕਲਾ ਵਰਤਦੀ ਹੈ। ਅੱਜ ਮੈਂ ਗੱਡੀ ਧਵਾਉਣ ਗਿਆ, ਉਹ ਜਿਹੜਾ ਸਰਵਿਸ ਸਟੇਸ਼ਨ ਵਾਲਾ ਸੀ, ਮੈਂ ਕਿਹਾ ਵੀਰ ਜੀ ਮੈਂ ਤੁਹਾਡੀ 2 ਵਾਰੀ ਗੈਰ ਹਾਜ਼ਰੀ ਲਾ ਗਿਆ। ਕਹਿੰਦਾ ਹਾਂ ਵੀਰ ਜੀ ਨਾ, ਕਹਿੰਦਾ ਮੇਰੇ ਬੇਟਾ ਹੋਇਆ ਪਿੱਛੇ ਆ ਲੋਕਡਾਊਨ 'ਚ। ਮੈਂ ਕਿਹਾ ਅੱਛਾ। ਕਹਿੰਦਾ ਹਾਂ ਬੇਟੀ ਕਹਿੰਦਾ ਕਾਫੀ ਵੱਡੀ ਹੋ ਗਈ ਸੀ, ਬੇਟਾ ਹੋਇਆ ਅਤੇ ਕਹਿੰਦਾ ਫਿਰ ਮੈਂ ਹੁਣ ਉਹਦੀ ਸਾਂਭ ਸੰਭਾਲ ਕਰਦਾ, ਮੈਸੇਜ ਡਿਊਟੀ 'ਤੇ ਚਲੇ ਜਾਂਦੇ ਨੇ। ਮੈਂ ਕਿਹਾ ਅੱਛਾ। ਮੈਂ ਕਿਹਾ ਵੀਰ ਜੀ ਕਿੱਥੋਂ ਬੇਟਾ ਕਿਵੇਂ ਹੋਇਆ ਵੀ? ਕਹਿੰਦਾ ਜੀ ਬਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚੋਂ ਲੈ ਕੇ ਆਏ ਹਾਂ। ਮੈਂ ਕਿਹਾ ਅੱਛਾ। ਕਹਿੰਦਾ ਹਾਂ ਜੀ ਬਾਅਦ ਜਾ ਕੇ ਉੱਥੇ ਗਏ, ਹਾਲਾਂਕਿ ਉਹ ਮੁੰਡਾ ਦਾੜ੍ਹੀ ਕੱਟਦਾ ਅਤੇ ਡਾਈ ਕੀਤੀ ਹੋਈ ਦਾੜ੍ਹੀ ਕੱਟ ਕੇ। ਅਤੇ ਮੈਂ ਕਿਹਾ ਅੱਛਾ। ਕਹਿੰਦਾ ਜੀ ਉੱਥੇ ਦਰਬਾਰ ਸਾਹਿਬ ਗਏ, ਉੱਥੇ ਜਾ ਕੇ ਬੇਨਤੀ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ। ਫਿਰ ਉਹ ਅਰਦਾਸ 'ਤੇ ਭਰੋਸਾ ਕੀਤਾ, ਪੋਜ਼ੀਟਿਵ ਸੋਚਿਆ। ਇਹ ਨਹੀਂ ਸੋਚਿਆ ਵੀ ਸਾਡੇ ਕੁੜੀ ਹੋਊਗੀ, ਬਸ ਇਹ ਸੀ ਵੀ ਹੁਣ ਗੁਰੂ ਉੱਥੇ ਅਰਦਾਸ ਕਰਕੇ ਆਏ ਵੀ ਮੁੰਡਾ ਹੀ ਹੋਊਗਾ। ਕਹਿੰਦਾ ਵਾਕਈ ਕਰਫਿਊ ਜਿਹਦੇ ਲੱਗਣਾ ਸੀ ਉਦੋਂ 1 ਦਿਨ ਪਹਿਲਾਂ ਹੋ ਗਿਆ। ਮੈਂ ਕਿਹਾ ਵਾਹ ਕਿਆ ਕਮਾਲ ਹੈ ਯਾਰ। ਜ਼ਹਰਾ ਕਲਾ ਵਰਤਦੀ ਹੈ ਕਈ ਥਾਵਾਂ 'ਤੇ। ਤਾਂ ਇਹ ਥਾਵਾਂ 'ਤੇ ਨਾ ਜੇ ਜਾ ਕੇ ਕਿਤੇ ਪਰਿਕਰਮਾ ਕੀਤੀ ਜਾਵੇ, ਆਪਾਂ ਨਾ ਘੌਲ ਕਰ ਜਾਂਦੇ ਹਾਂ ਕਈ ਵਾਰੀ। ਇੱਕ ਦਿਨ ਪਤਾ ਨਹੀਂ ਕੀ ਮਨ 'ਚ ਖਿਆਲ ਲਿਆਂਦਾ ਸਤਿਗੁਰੂ ਨੇ ਹਜ਼ੂਰ ਸਾਹਿਬ, ਅਤੇ ਵੀ ਚੱਲ ਯਾਰ ਅੱਜ ਪਰਿਕਰਮਾ ਕਰਦੇ ਹਾਂ। ਦਰਬਾਰ ਸਾਹਿਬ ਦਾ ਮਨ 'ਚ ਸੋਚ ਲਿਆ ਵੀ 5 ਪਰਿਕਰਮਾ ਕਰਦੇ ਹਾਂ, ਕਦੀ ਸੋਚ ਲਿਆ ਵੀ 11 ਪਰਿਕਰਮਾ ਕਰਦੇ ਹਾਂ। ਸਾਧ ਸੰਗਤ ਜੀ ਜੋ ਪਰਿਕਰਮਾ ਕਰਦੇ ਹਾਂ, ਫਿਰ ਇੱਕ ਸੋਚ ਲਿਆ ਵੀ 1 ਪਰਿਕਰਮਾ ਮੂਲ ਮੰਤਰ ਦਾ ਪਾਠ ਕਰਨਾ ਹੈ, ਦੂਜੀ ਪਰਿਕਰਮਾ ਸਤਨਾਮ ਦਾ ਜਾਪ ਕਰਨਾ ਹੈ, ਚੌਥੀ ਪਰਿਕਰਮਾ ਕਿਉਂਕਿ ਇੱਕ ਤਾਂ ਗਿਣਤੀ ਨਹੀਂ ਭੁੱਲਦਾ, ਫਿਰ ਜਿਹੜੀ ਚੌਥੀ ਪਰਿਕਰਮਾ ਵਾਹਿਗੁਰੂ ਦਾ ਜਾਪ ਕਰਨਾ ਹੈ ਨਾ। ਇਸ ਤਰ੍ਹਾਂ ਦਾ ਮਤਲਬ ਆਪਣਾ ਜਿਹੜਾ ਉਹ ਬਣਾ ਲਿਆ ਹੈ ਨਾ। ਬਸ ਫਿਰ ਉਹ ਪਰਿਕਰਮਾ ਉਹ ਆਨੰਦਮਈ ਪਰਿਕਰਮਾ ਬੱਲੇ ਬੱਲੇ। ਬਸ ਉਹ ਕਹਿਣ ਕਥਨ ਤੇ ਉਹ ਸ਼ਬਦ ਬੜੇ ਛੋਟੇ ਪੈ ਜਾਂਦੇ ਨੇ। ਪਰਿਕਰਮਾ ਦਾ ਮਤਲਬ ਹੁੰਦਾ ਹੈ ਹੇ ਪਰਮਾਤਮਾ ਤੂੰ ਬਹੁਤ ਵੱਡਾ ਹੈ, ਮੈਂ ਬਹੁਤ ਛੋਟਾ। ਛੋਟਿਆਂ ਦਾ ਕੰਮ ਹੁੰਦਾ ਭੁੱਲਣਾ, ਛੋਟਿਆਂ ਦਾ ਕੰਮ ਹੁੰਦਾ ਗਲਤੀਆਂ ਕਰਨਾ, ਤੂੰ ਬਹੁਤ ਵੱਡਾ ਹੈ। ਤਿਤਲੀ ਫੁੱਲ ਦੇ ਉੱਤੇ ਕਦੇ ਜਾ ਕੇ ਸਿੱਧੀ ਨਹੀਂ ਬਹਿੰਦੀ, ਭੌਰਾ ਫੁੱਲ ਦੇ ਉੱਤੇ ਜਾ ਕੇ ਕਦੇ ਸਿੱਧਾ ਨਹੀਂ ਜਾ ਕੇ ਛਾਲ ਮਾਰਦਾ, ਪਹਿਲਾਂ ਪਰਿਕਰਮਾ ਕਰਦਾ। ਪਰਿਕਰਮਾ ਕਰਕੇ ਫਿਰ ਉਹਦੇ ਉੱਤੇ ਬਹਿੰਦਾ। ਪਰਵਾਨਾ ਆਉਂਦਾ, ਅੱਜ ਕੱਲ੍ਹ ਤਾਂ ਦੀਵੇ ਨਹੀਂ ਰਹੇ, ਆਪਣਾ ਆ ਹੋ ਗਏ ਦੂਸਰੇ। ਪਹਿਲਾਂ ਛੋਟੇ ਹੁੰਦਿਆਂ ਦੇਖਿਆ ਦੀਵਾ ਮੱਚਣਾ,
ਉਹਨੇ ਪਰਵਾਨੇ ਨੇ ਆਉਣਾ, ਸਿੱਧਾ ਨਹੀਂ ਛਾਲ ਮਾਰਦਾ ਸੀ, ਪਹਿਲਾਂ ਉਹਦੀਆਂ ਪਰਿਕਰਮਾ ਕਰਨੀਆਂ, ਪਰਿਕਰਮਾ ਕਰਦਿਆਂ ਨੇੜੇ ਹੁੰਦਿਆਂ ਉਹਦੇ ਵਿੱਚ ਹੀ ਸੜ ਕੇ ਮੱਚ ਜਾਣਾ। ਪਰਿਕਰਮਾ ਗੁਰੂ ਦੀਆਂ ਪਰਿਕਰਮਾ, ਗੁਰੂ ਨੂੰ ਸੱਜੇ ਪਾਸੇ ਰੱਖ ਕੇ, ਸਤਿਗੁਰੂ ਤੂੰ ਬਹੁਤ ਵੱਡਾ, ਤੇਰਾ ਸਾਨੀ ਕੋਈ ਨਹੀਂ ਹੈ ਮਹਾਰਾਜ, ਪਰ ਮੇਰੇ ਵਰਗਾ ਨਲਾਇਕ ਵੀ ਕੋਈ ਨਹੀਂ ਹੈ, ਮੇਰੇ ਵਰਗਾ ਔਗਣਹਾਰਾ ਵੀ ਕੋਈ ਨਹੀਂ ਹੈ ਮਹਾਰਾਜ। ਸਾਸ ਸਾਸ ਹਮ ਭੂਲਣ ਹਾਰੇ, ਤੁਮ ਸਮਰੱਥ ਅਗਣਤ ਅਪਾਰੇ, ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਉਹ ਪਰਿਕਰਮਾ ਉੱਥੇ ਨਾ ਕਈ ਵਾਰੀ ਸਿੱਧਾ ਜਿਹੜਾ ਉੱਥੇ ਜ਼ਹਰਾ ਕਲਾ ਵਰਤਦੀ ਹੁੰਦੀ ਹੈ ਗਰੀਬ ਨਵਾਜ਼ ਸਤਿਗੁਰੂ ਦੀ, ਕਿਉਂਕਿ ਇੱਕ ਤਾਂ ਸਾਡੀ ਸ਼ਰਧਾ ਹੋ ਜਾਂਦੀ, ਦੂਰੋਂ ਜਾਂਦੇ ਹਾਂ, ਦੁੱਖ ਨਿਵਾਰਨ ਸਾਡੀ ਸ਼ਰਧਾ ਨਹੀਂ ਬਣਦੀ, ਕਿਉਂਕਿ ਉੱਥੋਂ ਗਏ ਤੇ ਜਾ ਕੇ ਸਾਨੂੰ 5 ਮਿੰਟ ਘਰੋਂ ਜਾ ਕੇ ਉੱਥੇ ਪਹੁੰਚਣ ਤੇ ਲੱਗਦੇ ਨੇ, ਉਰੇ ਸ਼ਰਧਾ ਨਹੀਂ ਬਣਦੀ। ਉਹ ਕਹਿੰਦੇ ਫਿਰ ਕਈ ਵਾਰੀ ਹਉਮੈ ਦੀ ਹਿੰਗ ਦੀ ਉਹ ਦੁਰਗੰਧੀ ਰਹਿ ਜਾਂਦੀ ਹੈ, ਜਿਹੜੇ ਗੁਣ ਨਿਮਰਤਾ ਰੂਪੀ ਕਸਤੂਰੀ ਸੀ ਉਹਦੀ ਸੁਗੰਧੀ ਚਲੀ ਜਾਂਦੀ ਹੈ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਵਿਣ, ਸੁੱਕ ਗਏ ਕੁਮਲਾਏ। ਕਈ ਵਿਦਵਾਨਾਂ ਨੇ ਜੋਬਨ ਦੇ ਅਰਥ ਜਵਾਨੀ ਕੀਤਾ, ਕਈਆਂ ਨੇ ਜੋਬਨ ਦੇ ਅਰਥ ਜੀਵਨ ਕੀਤਾ। ਦੋਨੇ ਢੁੱਕਦੇ ਨੇ ਸਾਧ ਸੰਗਤ ਜੀ, ਕੋਈ ਮਰਜ਼ੀ ਲੈ ਲਈਏ। ਬਾਬਾ ਫਰੀਦ ਜੀ ਰੱਬ ਨੂੰ ਮੁਖਾਤਿਬ ਹੋ ਕੇ ਫਰਮਾ ਰਹੇ ਨੇ, ਹੇ ਪਰਮਾਤਮਾ ਜੀ, ਹੇ ਅੱਲਾ, ਹੇ ਤਾਲਾ, ਜੇ ਤੇਰੇ ਵਾਸਤੇ ਮੈਨੂੰ ਜਵਾਨੀ ਬਾਰਨੀ ਪਵੇ, ਜੇ ਮੈਨੂੰ ਤੇਰੇ ਵਾਸਤੇ ਆਪਣਾ ਜੀਵਨ ਵੀ ਕੁਰਬਾਨ ਕਰਨਾ ਪਵੇ, ਮੈਂ ਨਹੀਂ ਡਰਦਾ। ਹਾਂ, ਪਰ ਜੇ ਮੇਰੇ ਪ੍ਰੀਤਮ ਦੀ ਪ੍ਰੀਤ ਨਿਭ ਜੇ। ਸਾਧ ਸੰਗਤ ਜੀ, ਬਾਬਾ ਫਰੀਦ ਜੀ ਨੇ ਮੁਰਸ਼ਿਦ, ਆਪਾਂ ਗੁਰੂ ਕਹਿੰਦੇ ਹਾਂ, ਉਹ ਮੁਰਸ਼ਿਦ ਕਹਿੰਦੇ ਨੇ। ਅਜਮੇਰ ਆਪਣੇ ਰਾਜਸਥਾਨ ਦੇ ਵਿੱਚ ਕਾਫੀ ਵੱਡਾ ਸ਼ਹਿਰ ਹੈ। ਇਹ ਨਾ ਬਾਬਾ ਫਰੀਦ ਜੀ, ਇਹ ਸੂਫੀਆਂ ਦੇ 6 ਫਿਰਕੇ ਨੇ। ਸਭ ਤੋਂ ਉੱਤਮ ਚਿਸ਼ਤੀ ਫਿਰਕਾ ਮੰਨਿਆ ਜਾਂਦਾ ਹੈ। ਇਹ ਚਿਸ਼ਤੀ ਫਿਰਕੇ ਨਾਲ ਸੰਬੰਧ ਰੱਖਦੇ ਸੀ। ਇਹ ਸੂਫੀ ਕੱਟੜ ਨਹੀਂ ਹੁੰਦੇ ਸੀ। ਸੂਫੀਆਂ ਦੀ ਜ਼ੁਬਾਨ ਇੰਨੀ ਕੁ ਮਿੱਠੀ ਗਿਣੀ ਗਈ ਆ ਸਾਧ ਸੰਗਤ ਜੀ, ਚਾਹੇ ਬੁੱਲਾ ਸ਼ਾਹ ਸੂਫੀ ਸੀ, ਉਹਨਾਂ ਦੀਆਂ ਕਾਫੀਆਂ ਪੜ੍ਹ ਗਏ, ਬਾਬਾ ਫਰੀਦ ਜੀ ਦਾ ਆਪਾਂ ਪੜ੍ਹੇ ਰਹੇ ਹਾਂ। ਇੰਨੇ ਔਰੰਗਜ਼ੇਬ ਦੀ ਤਲਵਾਰ ਨੇ ਹਿੰਦੂਆਂ ਨੂੰ ਮੁਸਲਮਾਨ ਨਹੀਂ ਬਣਾਇਆ, ਜਿੰਨਾ ਇਹ ਸੂਫੀਆਂ ਦੀ ਮਿੱਠੀ ਜ਼ੁਬਾਨ ਨੇ, ਇਹਨਾਂ ਦੀ ਨਿਮਰਤਾ ਨੇ, ਇਹਨਾਂ ਦੀ ਫਰਾਖ ਦਿਲੀ ਨੇ ਮੁਸਲਮਾਨ ਇਸਲਾਮ 'ਚ ਵਾਧਾ ਕੀਤਾ। ਇਹਨਾਂ ਸ਼ਾਇਦ ਤਲਵਾਰ ਨਾਲ ਨਹੀਂ ਇਹ ਇਸਲਾਮ ਪ੍ਰਫੁੱਲਤ ਹੋਇਆ। ਹੁਣ ਇਹਨਾਂ ਨੇ ਕਾਕਾ ਬਖਤਿਆਰ ਆਕੀ ਸਾਧੂ ਸੀ, ਫਕੀਰ ਸੀ, ਉਹਨਾਂ ਨੂੰ ਇਹਨਾਂ ਨੇ ਮੁਰਸ਼ਿਦ ਧਾਰਨ ਕੀਤਾ। ਅਜਮੇਰ ਦੇ ਵਿੱਚ ਰਹਿੰਦੇ ਨੇ ਸਾਧ ਸੰਗਤ ਜੀ। ਹੁਣ ਸੇਵਾ ਕਰਦੇ ਨੇ। ਬਾਬਾ ਫਰੀਦ ਜੀ ਦੀ ਉਮਰ ਵੀ ਕਾਫੀ ਹੋ ਗਈ ਸੀ। ਸਾਧ ਸੰਗਤ ਜੀ, ਬਾਬਾ ਫਰੀਦ ਜੀ ਕਿ ਛੋਟੀ ਮੋਟੀ ਕਿਤੇ ਮਤਲਬ ਘਰਾਣੇ ਨਾਲ ਸੰਬੰਧਿਤ ਨਹੀਂ ਸੀ। ਬੜੇ ਹੈਰਾਨ ਹੋ ਗਏ ਜਦੋਂ ਮੈਂ ਪੜ੍ਹ ਰਿਹਾ ਸੀ ਨਾ ਬਾਬਾ ਫਰੀਦ ਦੇ ਜੀਵਨ ਬਾਰੇ। ਆਪ ਹੀ ਨੇ ਪੜ੍ਹਿਆ ਹੋਣਾ 7ਵੀਂ 8ਵੀਂ 9ਵੀਂ ਕਿਤੇ ਹਿਸਟਰੀ ਇਤਿਹਾਸ ਦੇ ਵਿੱਚ ਆਪ ਹੀ ਨੂੰ ਯਾਦ ਹੋਣਾ। ਰਾਜਾ ਬਲਬਨ ਹੋਇਆ, ਦਿੱਲੀ ਦਾ ਬਲਬਨ ਹੋਇਆ। ਬਲਬਨ ਦੇ ਜਵਾਈ ਸੀ ਬਾਬਾ ਫਰੀਦ ਜੀ। ਬਲਬਨ ਦੀ ਧੀ ਬਾਬਾ ਇਹਨਾਂ ਨੂੰ, ਉਹਨਾਂ ਦਾ ਬੀਬੀ ਫਾਤਮਾ ਸੀ ਸ਼ਾਇਦ, ਉਹ ਇਹਨਾਂ ਨੂੰ ਵਿਆਹੀ ਹੋਈ ਸੀ ਬਾਬਾ ਫਰੀਦ ਜੀ। ਬਾਬਾ ਫਰੀਦ ਜੀ ਨੂੰ ਕਈ ਵਾਰੀ ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਜਿਹੜਾ ਮੁੱਖ ਕਾਜੀ ਹੈ, ਜਿਹਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਚੀਫ ਜਸਟਿਸ ਆਫ ਇੰਡੀਆ, ਐਡੀ ਵੱਡੀ ਉਪਾਧੀ, ਉਹਦੇ ਉੱਤੇ ਬਾਬਾ ਜੀ ਨੂੰ ਕਈ ਵਾਰੀ ਪੇਸ਼ਕਸ਼ ਆਈ ਵੀ ਤੈਨੂੰ ਉਹ 'ਤੇ ਨਿਯੁਕਤ ਕਰ ਦਿੰਦੇ ਆ। ਬਾਬਾ ਫਰੀਦ ਜੀ ਕਹਿੰਦੇ ਨਾ, ਮੈਂ ਨਹੀਂ ਜਾਂਦਾ, ਕਿਉਂਕਿ ਜੋ ਆਨੰਦ ਮੁਰਸ਼ਿਦ ਦੇ ਚਰਨਾਂ 'ਚ ਸੀ ਉਹ ਕਿਤੇ ਵੀ ਨਹੀਂ ਸੀ। ਹੁਣ ਉਹ ਆਪਣੇ ਮੁਰਸ਼ਿਦ ਦੀ ਸੇਵਾ ਕਰਦੇ ਨੇ। ਪਹਿਲਾਂ ਜੰਗਲਾਂ 'ਚ ਫਿਰਦੇ ਰਹੇ, ਉਮਰ ਕਾਫੀ ਹੋ ਗਈ ਸੀ। ਸਾਧ ਸੰਗਤ ਜੀ, ਇਹਨਾਂ ਦੀ ਇੱਕੋ ਡਿਊਟੀ ਲਾਈ ਮੁਰਸ਼ਿਦ ਨੇ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਜੀ ਦੀ ਡਿਊਟੀ ਲਾਈ ਸੀ ਸਵੇਰੇ ਇਸ਼ਨਾਨ ਦੀ, ਕਿਉਂਕਿ ਰਾਜਸਥਾਨ ਦਾ ਇੱਕ ਸੁਭਾਅ ਹੈ, ਦਿਨੇ ਤਾਂ ਗਰਮੀ ਪੈਂਦੀ ਹੈ ਬਹੁਤ ਜ਼ਿਆਦਾ, ਔਰ ਰਾਤ ਨੂੰ ਠੰਡ ਵੀ ਫਿਰ ਕੜਾਕੇ ਕੱਢਦੀ ਹੈ, ਔਰ ਰਾਤ ਨੂੰ ਰੇਤ ਜਿਹੜੀ ਹੈ ਠੰਡੀ ਹੋ ਜਾਂਦੀ ਹੈ। ਹੁਣ ਰਾਤ ਨੂੰ ਠੰਡ ਹੁੰਦੀ ਸੀ, ਇਸ ਕਰਕੇ ਗਰਮ ਪਾਣੀ ਨਾਲ ਨਹਾਉਣਾ ਪੈਂਦਾ ਸੀ। ਬਾਬਾ ਫਰੀਦ ਜੀ ਦੀ ਡਿਊਟੀ ਲਾਈ ਵੀ ਫਰੀਦ ਤੂੰ ਇਹ ਪਾਣੀ ਲਿਆ ਕੇ, ਰਾਜਸਥਾਨ 'ਚ ਕਿਹੜਾ ਪਾਣੀ ਨੇੜੇ ਤੇੜੇ ਦੂਰੋਂ ਲਿਆਉਣਾ ਪੈਂਦਾ ਸੀ, ਵੀ ਪਾਣੀ ਲਿਆਉਣਾ, ਪਾਣੀ ਲਿਆ ਕੇ ਸਵੇਰ ਨੂੰ ਗਰਮ ਕਰਕੇ ਮੈਨੂੰ ਇਸ਼ਨਾਨ ਕਰਵਾਉਣਾ। ਅਤੇ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਕਿਹੜਾ ਕੋਈ ਸਾਡੇ ਵਾਂਗੂ ਆ ਕੋਈ 4-4 ਵਜੇ ਸੌਣਾ ਉੱਠਣਾ।
ਉਹ ਤਾਂ ਸਾਧ ਸੰਗਤ ਜੀ ਅੱਧੀ ਰਾਤ। ਅਸਲ ਤਾਂ ਇਹ ਹੈ ਵੀ ਜਦੋਂ ਦੁਨੀਆ ਦਾ ਟਿਕਟ ਕਿਹਾ ਜਾ ਹੋ ਗਿਆ 11 ਵਜੇ ਇਹਨਾਂ ਨੇ ਰੱਬ ਦੇ ਪਿਆਰਿਆਂ ਨੇ ਉਹਦੀ ਉੱਠ ਪੈਣਾ ਹੁੰਦਾ। ਉਹਨਾਂ ਤਾਂ ਰਾਤ ਮਸਾਂ ਆਉਂਦੀ ਹੈ। ਸਾਡੇ ਲਈ ਤਾਂ ਰਾਤ ਭੋਗਾਂ ਵਾਸਤੇ ਹੈ, ਸੌਣ ਵਾਸਤੇ ਹੈ, ਪਰ ਰੱਬੀ ਪਿਆਰਿਆਂ ਵਾਸਤੇ ਰਾਤ ਨਾ ਇੱਕ ਸੁਗਾਤ ਦੇ ਰੂਪ ਵਾਂਗੂ ਆਉਂਦੀ ਹੈ ਕਿ ਆਹ ਰਾਤ ਆਈ ਹੈ ਯਾਰ, ਹੁਣ ਆਪਣੇ ਪ੍ਰੀਤਮ ਦੇ ਨਾਲ ਗਲ ਵੱਕੜੀਆਂ ਪਾਉਣੀਆਂ ਨੇ। ਹੁਣ ਇਹ ਡਿਊਟੀ ਸੀ, ਤੂੰ ਪਾਣੀ ਲਿਆਉਣਾ, ਪਾਣੀ ਗਰਮ ਕਰਕੇ ਸਵੇਰੇ ਮੇਰਾ ਇਸ਼ਨਾਨ ਕਰਵਾਉਣਾ। ਉਦੋਂ ਸਾਧ ਸੰਗਤ ਜੀ ਇਹ ਗੋਹਾ ਪਾਥੀ ਨਾ ਇੱਕ ਟੋਆ ਜਿਹਾ ਪੱਟਿਆ ਸੀ, ਉਹਦੇ ਵਿੱਚ ਅੱਗ ਦੱਬਦੇ ਸੀ। ਅੱਗ ਦੱਬ ਕੇ ਫਿਰ ਸਵੇਰੇ ਨੂੰ ਉਹਦੇ ਵਿੱਚ ਕੋਈ ਚਿਮਟਾ ਖੁਰਚਣਾ ਮਾਰ ਕੇ ਜਿਹੜਾ ਹੈ ਮਤਲਬ ਅੱਗ ਨੂੰ ਉਹਦੇ ਉੱਤੇ ਫੂਸ ਜਿਹਾ ਪਾ ਕੇ ਭਖਾ ਲੈਣਾ, ਫੂਕਾਂ ਮਾਰ ਕੇ ਫਿਰ ਅੱਗ ਮੱਚ ਪੈਣੀ ਸੀ। ਇੱਕ ਦਿਨ ਸਾਧ ਸੰਗਤ ਜੀ ਕੀ ਹੋਇਆ, ਅੱਗ ਬਾਬਾ ਫਰੀਦ ਜੀ ਨੇ ਦੱਬਤੀ ਰਾਤ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ। ਅੱਗ ਦੱਬਤੀ, ਰਾਤ ਨੂੰ ਮੀਂਹ ਪੈ ਗਿਆ, ਉਹ ਜਿਹੜਾ ਸੀ ਟੋਆ ਪਾਣੀ ਨਾਲ ਭਰ ਗਿਆ। ਬਾਬਾ ਜਦੋਂ ਫਰੀਦ ਜੀ ਉੱਠੇ, ਓਹੋ ਤਾਂ ਕੰਮ ਗਲਤ ਹੋ ਗਿਆ। ਬਾਬਾ ਫਰੀਦ ਜੀ ਨੇ ਨਾ ਬਾਹੋ ਦਾਹੀ ਨਗਰ ਵੱਲ ਨੂੰ ਦੌੜੇ ਨੇ। ਦੇਖਦੇ ਨੇ ਇੱਕ ਘਰ ਦੇ ਵਿੱਚ ਦੀਵਾ ਬਲ ਰਿਹਾ। ਹੁਣ ਉਹ ਦਰਵਾਜ਼ਾ ਜਾ ਖੜਕਾਇਆ। ਉਹ ਜਿਹੜਾ ਸੀ ਦਰਵਾਜ਼ਾ ਸੀ ਬੇਸਵਾ ਦਾ, ਉਹਨੇ ਸੋਚਿਆ ਕੋਈ ਗਾਹਕ ਆਇਆ। ਜਦੋਂ ਦੇਖਿਆ ਵੀ ਇਹ ਤਾਂ ਬਖਤਿਆਰ ਆਕੀ ਦਾ ਚੇਲਾ ਹੈ, ਸ਼ਾਗਿਰਦ ਹੈ, ਆਪਾਂ ਚੇਲਾ ਕਹਿੰਦੇ ਸ਼ਾਗਿਰਦ ਕਹਿੰਦੇ ਨੇ। ਉਹ ਕਹਿੰਦੀ ਬਾਬੇ ਤੂੰ ਕੀ ਕਰਨਾ ਹੈ ਉਰੇ? ਉਹ ਕਹਿੰਦਾ ਧੀਏ ਅੱਗ ਬੁਝ ਗਈ, ਮੀਂਹ ਪੈ ਗਿਆ, ਅੱਗ ਬੁਝ ਗਈ, ਮੈਂ ਅੱਗ ਲੈਣ ਆਇਆ। ਕਹਿੰਦੀ ਅੱਗ ਮੈਂ ਫਰੀ ਤਾਂ ਨਹੀਂ ਦਿੰਦੀ, ਮੁਫਤ 'ਚ ਅੱਗ ਨਹੀਂ ਦਿੰਦੀ ਮੈਂ। ਧੀਏ ਕੀ ਚਾਹੀਦਾ? ਗੱਲ ਆਪਾਂ ਉੱਥੇ ਲਿਆਉਣੀ ਆ, ਜੋ ਬਨ ਜਾਂਦੇ ਨਾ ਡਰਾਂ। ਕਹਿੰਦੀ ਮੈਨੂੰ ਤਾਂ ਤੇਰੀ ਅੱਖ ਦਾ ਆਨਾ ਚਾਹੀਦਾ, ਡੇਲਾ ਚਾਹੀਦਾ ਤੇਰੀ ਅੱਖ ਦਾ। ਧੀਏ ਕਹਿੰਦਾ ਤੂੰ ਅੱਗ ਦਾ ਇੰਤਜ਼ਾਮ ਕਰ, ਬਸ ਅੱਗ ਦੇ। ਕਹਿੰਦੇ ਬਾਬਾ ਫਰੀਦ ਜੀ ਨੇ ਆਪਣੀਆਂ ਉਂਗਲਾਂ ਪਾਈਆਂ, ਕੱਢ ਕੇ ਡੇਲਾ ਠਾ ਦੇਣਾ, ਉਹਦੇ ਹੱਥ 'ਤੇ ਰੱਖਤਾ। ਜੇ ਸ਼ਹਿ ਪ੍ਰੀਤ ਨਾ ਜਾਏ, ਇਹ ਆ ਪ੍ਰੀਤ। ਸਾਧ ਸੰਗਤ ਜੀ ਦੇਖੋ ਫਿਰ ਕੁਰਬਾਨੀ। ਇਹਨਾਂ ਨੂੰ ਕਹਿੰਦੇ ਨੇ ਪ੍ਰੇਮੀ, ਸਾਡੇ ਵਰਗੇ ਪ੍ਰੇਮੀਆਂ ਨੂੰ ਕਹਿੰਦੇ ਦੀਵਾਨੇ, ਪਾਗਲ। ਹੁਣ ਅੱਖ ਹੈ ਨਹੀਂ, ਕੱਢ ਕੇ ਦੇਤੀ ਉੱਤੇ ਨਾ, ਕਿਉਂਕਿ ਪਹਿਲਾਂ ਹਿੰਦੂ ਮੁਸਲਮਾਨ ਸਾਰੇ ਪੱਗ ਸਾਫਾ ਬੰਨ੍ਹਦੇ ਸੀ। ਇਹ ਮੁਸਲਮਾਨ ਸਾਫਾ ਕਹਿੰਦੇ ਨੇ, ਇੱਧਰ ਹਿੰਦੁਸਤਾਨ ਦੇ ਵਿੱਚ ਇਹਨੂੰ ਪੱਗ ਕਹਿੰਦੇ ਨੇ। ਉਹ ਸਾਫੇ ਦਾ ਲੜ ਨਾ, ਪੱਗ ਦਾ ਲੜ ਐਂ ਕਰ ਲਿਆ ਅੱਖ ਦੇ ਉੱਤੇ, ਇੱਕ ਅੱਖ ਨਾਲ ਦੇਖ ਕੇ ਲਿਆ ਕੇ ਦਵਾ ਚੁੱਲ੍ਹਾ ਬਾਲਿਆ, ਅਤੇ ਜੋ ਵੀ ਹੈ ਛੇਤੀ ਛੇਤੀ ਪਾਣੀ ਗਰਮ ਕਰਕੇ ਉਸਤਾਦ ਜੀ ਨੂੰ ਜਿਹੜਾ ਹੈ ਮੁਰਸ਼ਿਦ ਨੂੰ ਉਠਾ ਕੇ ਇਸ਼ਨਾਨ ਪਾਣੀ ਕਰਵਾਇਆ। ਬੰਦਗੀ ਦੇ ਵਿੱਚ ਬੈਠ ਗਏ, ਕੋਲੇ ਹੁਣ ਬਾਬਾ ਫਰੀਦ ਜੀ ਬੈਠੇ ਨੇ। ਦੇਖੋ ਸਾਧ ਸੰਗਤ ਜੀ, ਆਪਣੀ ਅੱਖ ਦੇ ਵਿੱਚ ਨਾ ਵਾਲ ਮੁੜ ਜੇ, ਇੱਕ ਕੋਈ ਕਣ ਪੈ ਜੇ, ਆਪਣੀਆਂ ਚੀਕਾਂ ਨਿਕਲ ਜਾਂਦੀਆਂ ਨੇ। ਹੁਣ ਅੱਖ ਨਹੀਂ ਹੈਗੀ ਢਾਂਚੇ ਦੇ ਵਿੱਚ, ਕਿੰਨੀ ਪੀੜ ਹੁੰਦੀ ਹੋਊਗੀ। ਫਿਰ ਨਾੜਾਂ ਐਂ ਤੋੜ ਕੇ ਕੱਢੀ ਆ, ਡੇਲਾ ਫਾ ਕੇ ਨਾੜਾਂ ਤੋੜ ਕੇ ਕੱਢੀ ਹੈ ਨਾ, ਕਿੰਨੀ ਪੀੜ ਹੁੰਦੀ ਹੋਊਗੀ। ਧੰਨ ਹੈ ਬਾਬਾ ਫਰੀਦ ਜੀ। ਐਵੇਂ ਨਹੀਂ ਗੁਰੂ ਨਾਨਕ ਦੀ ਗੋਦੀ 'ਚ ਬੈਠ ਗਏ, ਐਵੇਂ ਨਹੀਂ ਗੁਰੂ ਨਾਨਕ ਦੀ ਗੋਦੀ 'ਚ ਬੈਠ ਗਏ। ਹੁਣ ਬੰਦਗੀ ਤੋਂ ਐਂ ਲੁਤਫ ਲਿਆ ਇਹਨਾਂ ਦੇ ਮੁਰਸ਼ਿਦ ਕਾਕਾ ਬਖਤਿਆਰ ਆਕੀ ਨੇ। ਜਦੋਂ ਉੱਠੇ ਨੇ ਬੰਦਗੀ ਤੋਂ, ਪੁੱਛਦੇ ਕਹਿੰਦੇ ਫਰੀਦ ਦਿਨ ਵੀ ਚੜ੍ਹ ਗਿਆ ਉਹ ਤੱਕ। ਕਹਿੰਦੇ ਫਰੀਦ ਤੂੰ ਅੱਖ 'ਤੇ ਸਾਫਾ ਕਿਉਂ ਕੀਤਾ ਵੇ, ਪੱਗ ਕਿਉਂ ਕੀਤੀ ਹੈ? ਕਹਿੰਦੇ ਮੁਰਸ਼ਿਦ ਜੀ ਅੱਖ ਆਈ ਹੋਈ ਹੈ। ਅੱਖ ਆਈ ਦਾ ਮਤਲਬ ਅੱਖ ਦੁਖਣੀ ਆਈ ਹੈ। ਉਹ ਕਹਿੰਦੇ ਜੇ ਅੱਖ ਆਈ ਹੈ ਫਿਰ ਤੂੰ ਇਹ ਸਾਫਾ ਲਾ, ਚੱਕ ਪਰਾਂ। ਸਾਧ ਸੰਗਤ ਜੀ ਮੁਰਸ਼ਿਦ ਦਾ ਹੁਕਮ ਮੰਨਦਿਆਂ ਹੋਇਆਂ, ਸਾਧ ਸੰਗਤ ਜੀ ਐਵੇਂ ਨਹੀਂ ਐਡੇ ਉੱਚੇ ਮਰਤਬੇ ਮਿਲਦੇ, ਐਡੇ ਉੱਚੇ ਰੁਤਬੇ ਐਵੇਂ ਨਹੀਂ ਮਿਲਦੇ। ਜਦੋਂ ਕਹਿੰਦੇ ਨਾ ਅੱਖ ਦੇਖਿਆ, ਅੱਖ ਕਾਇਮ ਵਿੱਚ। ਕਹਿੰਦੇ ਫਰੀਦ ਮੈਂ ਅੱਲਾ ਦਾ ਸ਼ਰੀਕ ਨਹੀਂ ਬਣਦਾ, ਤੇਰੀ ਅਸਲੀ ਅੱਖ ਨਾਲੋਂ ਇਹ ਅੱਖ ਛੋਟੀ ਰਹੇਗੀ, ਕਿਉਂਕਿ ਅੱਲਾ ਤਾਂ ਵੱਡਾ ਹੈ ਨਾ, ਅੱਲਾ ਦੀ ਵੱਡੀ ਅੱਖ ਹੈ। ਪਰ ਮੈਂ ਤੈਨੂੰ ਉਹ ਤਾਂ ਨਹੀਂ ਦੇ ਸਕਿਆ ਜਿਹੜੇ ਤੂੰ ਦੇ ਕੇ ਆਇਆ ਅੱਲਾ ਦੇ ਉਸ ਵਾਸਤੇ। ਅਤੇ ਕਹਿੰਦੇ ਮੈਂ ਇੱਥੇ ਛੋਟੀ, ਉਹ ਛੋਟੀ ਅੱਖ, ਕਹਿੰਦੇ ਬਾਬਾ ਫਰੀਦ ਦੀ ਇੱਕ ਅੱਖ ਛੋਟੀ ਸੀ। ਇਹ ਆ ਜੋਬਨ ਜਾਂਦੇ ਨਾ ਡਰਾਂ। ਸਾਧ ਸੰਗਤ ਜੋਬਨ ਤਾਂ ਚਲਿਆ ਜਾਂਦਾ। ਦੇਖੋ ਬਚਪਨ ਤੇ ਜਵਾਨੀ ਨੂੰ ਧੋਖੇਬਾਜ਼ ਕਿਹਾ ਵਿਦਵਾਨਾਂ ਨੇ। ਬਚਪਨ ਚਲਿਆ ਗਿਆ, ਜਵਾਨੀ ਵੀ ਮੱਛੀ ਵਾਂਗੂ ਹੱਥ 'ਚੋਂ ਤਿਲਕ ਗਈ, ਪਤਾ ਹੀ ਨਹੀਂ ਲੱਗਿਆ ਕਦੋਂ। ਕਈ ਨਾ ਜਵਾਨੀ ਦੀ ਡੈੱਡ ਬੋਡੀ ਚੱਕੀ ਫਿਰਦੇ ਨੇ,
ਜਵਾਨੀ ਤਾਂ ਚਲੀ ਗਈ, ਉਹਦੀ ਡੈੱਡ ਬੋਡੀ ਮੋਢੇ ਤੇ ਚੱਕੀ ਫਿਰਦੇ ਨੇ, ਭਾਵ ਬਾਲ ਕਾਲੇ ਕਰ ਲਏ, ਫਲਾਣਾ ਕਰ ਲਿਆ ਵੀ ਹਾਂ ਜੀ ਅਸੀਂ ਜਵਾਨ ਆ। ਜਵਾਨੀ ਤਾਂ ਹੈ ਨਹੀਂ ਕਿ ਹੁਣ ਸਿਰਫ ਲਾਸ਼ ਹੈ, ਲਾਸ਼ ਮੋਢਿਆਂ ਤੇ ਚੱਕੀ ਹੋਈ ਹੈ ਜਵਾਨੀ ਦੀ। ਗੋਡੇ ਦੁਖਦੇ ਨੇ, ਵਿੰਗੇ ਟੇਢੇ ਤੁਰਦੇ ਨੇ। ਇੱਕ ਵਾਰੀ ਮੈਂ ਟੀਮ ਲੈ ਕੇ ਗਿਆ, ਉਹ ਬੀਬੀ ਨੇ ਸਿਰ ਕਾਲਾ ਕਰਿਆ ਹੋਇਆ, ਪੌੜੀਆਂ ਚੜ੍ਹ ਰਹੀ। ਮੈਂ ਭੈਣ, ਮੇਰੇ ਉਦੋਂ ਦਾੜੀ ਅੱਧੀ ਕੁ ਚਿੱਟੀ ਸੀ। ਮੈਂ ਭੈਣ ਜਦੋਂ ਸਾਡੇ ਵਰਗੇ ਚਿੱਟੇ ਵਾਲ ਹੋ ਗਏ ਫਿਰ ਉਦੋਂ ਕਿਵੇਂ ਕਰਾ ਕਰੇਂਗੀ। ਬੇਸ਼ਰਮ ਹੋ ਗਈ ਵਿਚਾਰੀ, ਕਹਿੰਦੀ ਵੀਰ ਜੀ ਮੇਰੇ ਤਾਂ ਵਾਲ ਚਿੱਟੇ ਨੇ। ਮੈਂ ਇਹ ਦੱਸ ਨਾ ਵੀ ਵਾਲ ਚਿੱਟੇ ਨੇ, ਫਿਰ ਤੇਰਾ ਜਿਹੜਾ ਲਾਇਆ 5 ਰੁਪਈਏ ਪੂੜੀ ਜੀ ਤੇ ਇਹਦਾ ਤਾਂ ਫਿਰ ਬੇਕਾਰ ਜਾਣਾ ਕੰਮ। ਐਵੇਂ ਜਵਾਨੀ ਦੀ ਲਾਸ਼ ਚੱਕੀ ਫਿਰਨੀ ਆ, ਕਾਹਦੇ ਵਾਸਤੇ? ਮੋਢਿਆਂ ਤੇ ਭਾਰ ਚੱਕਣਾ। ਜਿਹੜਾ ਆ ਗਿਆ ਸੋ ਆ ਗਿਆ। ਜਿਹੜਾ ਬੁਢਾਪਾ ਹੈ ਇਹ ਟਰੂ ਫਰੈਂਡ ਹੈ, ਇਹ ਐਸਾ ਬੈਸਟ ਫਰੈਂਡ ਹੈ, ਸਾਥ ਨਹੀਂ ਛੱਡਦਾ। ਜਵਾਨੀ ਵੀ ਧੋਖੇਬਾਜ਼ ਆ, ਬਚਪਨ ਵੀ ਧੋਖੇਬਾਜ਼ ਆ, ਉਹ ਚੁੱਪ ਚਪੀਤੇ ਸਾਥ ਛੱਡ ਗਏ। ਬੁਢਾਪਾ ਇੱਕ ਐਸਾ ਬੈਸਟ ਫਰੈਂਡ ਹੈ ਨਾ, ਇਹ ਸਾਥ ਨਹੀਂ ਛੱਡਦਾ, ਨਾਲ ਜਾਊ, ਨਾਲ ਨਿਭੂਗਾ ਪੂਰਾ। ਅੱਛਾ ਹੋਰ ਦੇਖੋ, ਜਿਉਂ ਓਨੀ ਇਹਦੀ ਪ੍ਰੀਤ ਗੂੜੀ ਹੋਊਗੀ। ਲੈ ਵੀ ਮਿੱਤਰਾ ਹੁਣ ਤੂੰ ਮੰਜੀ ਤੀ ਪਿਆਰ ਹੈ, ਇਹਦਾ ਪਿਆਰ ਉਨੇ ਗੂੜਾ ਪਊਗਾ ਬੁਢਾਪੇ ਦਾ। ਕਿਆ ਕਮਾਲ ਹੈ। ਚਲੋ ਖੈਰ, ਹੁਣ ਕਹਿੰਦੇ ਜੋਬਨ ਦੇਖੋ ਬਾਹਰ ਤਾਂ, ਪਰ ਪ੍ਰੀਤ ਨਹੀਂ ਜਾਣੀ ਚਾਹੀਦੀ। ਇਹ ਜਵਾਨੀ ਤਾਂ ਚਲੀ ਜਾਂਦੀ ਆ, 4 ਦਿਨਾਂ ਦੀ ਚਾਂਦਨੀਆਂ, ਪਰ ਜਿਹੜੀ ਪ੍ਰੀਤ ਹੈ ਨਾ, ਪ੍ਰੀਤ ਸਾਧ ਸੰਗ ਜੀ ਕਦੇ ਬੁੱਢੀ ਨਹੀਂ ਹੁੰਦੀ, ਪਿਆਰ ਕਦੇ ਬੁੱਢਾ ਨਹੀਂ ਹੁੰਦਾ। ਭਗਤ ਧਰੂ ਜੀ, ਭਗਤ ਪ੍ਰਹਲਾਦ ਜੀ, ਬਾਬਾ ਜ਼ੋਰਾਵਰ ਸਿੰਘ ਹੋਰੀ, ਬਾਬਾ ਫਤਿਹ ਸਿੰਘ ਹੋਰੀ, ਆਪਾਂ ਅੱਜ ਵੀ ਯਾਦ ਕਰਦੇ ਹਾਂ ਨਾ, ਆਪਣੀਆਂ ਨਜ਼ਰਾਂ 'ਚ ਉਹੀ ਅਵਸਥਾ ਬੱਚਿਆਂ ਵਾਲੀ। ਆਹ ਕਰਤਾਰ ਸਿੰਘ ਸਰਾਭੇ ਦਾ ਆਪਾਂ ਹੁਣੇ ਸ਼ਹੀਦੀ ਦਿਵਸ ਮਨਾ ਕੇ ਹਟੇ ਹਾਂ। ਭਗਤ ਸਿੰਘ ਹੋਰਾਂ ਦੇ ਸਾਨੂੰ ਦੇਖੋ ਕਿੰਨੇ ਸਾਲ ਹੋ ਗਏ ਉਹਨਾਂ ਨੂੰ, ਸਾਡੀਆਂ ਨਜ਼ਰਾਂ 'ਚ ਅਜੇ ਉਹ ਜਵਾਨ ਨੇ। ਉਦਮ ਸਿੰਘ ਹੋਰੀ ਤੇ ਮਤਲਬ ਉਹੀ ਨੌਜਵਾਨ ਅਵਸਥਾ ਸਾਡੀਆਂ ਨਜ਼ਰਾਂ 'ਚ ਉਹੀ ਹੈ। ਬਾਬਾ ਅਜੀਤ ਸਿੰਘ ਹੋਰੀ ਉਹੀ ਮੁੱਛ ਫੁੱਟ ਗੱਭਰੂ, ਕਿਉਂਕਿ ਪ੍ਰੀਤ ਨਿਭਾਈ ਹੈ। ਪ੍ਰੀਤ ਦੇ ਵਿੱਚ ਜਿਹੜੀ ਅਵਸਥਾ ਚਲੇ ਗਏ ਉਹੀ ਅਵਸਥਾ ਕਾਇਮ ਹੈ ਉਹਨਾਂ ਦੀ, ਉਹ ਬੁੱਢੇ ਕਦੇ ਵੀ ਨਹੀਂ ਹੁੰਦੇ। ਹੁਣ ਕਹਿੰਦੇ ਵੀ ਪ੍ਰੀਤ ਨਹੀਂ ਜਾਣੀ ਚਾਹੀਦੀ, ਜੋਬਨ ਜਾਂਦਾ ਜਾਵੇ। ਕਿਉਂ? ਕਾਰਨ ਕਿਉਂਕਿ ਫਰੀਦਾ ਕਿੰਨੀ ਜੋਬਨ, ਕਹਿੰਦੇ ਕਿੰਨੀਆਂ ਜਵਾਨੀਆਂ, ਕਿੰਨੇ ਜੀਵਨ ਪ੍ਰੀਤ ਤੋਂ ਬਗੈਰ ਸੁੱਕ ਗਏ, ਕਮਲਾ ਗਏ। ਕਿੰਨੇ ਜੀਵਨ ਬੇਅਰਥ, ਸੁੱਕਣਾ ਕਮਲਾਉਣ ਦਾ ਮਤਲਬ ਬੇਅਰਥ ਚਲੇ ਜਾਣਾ, ਬੇਅਰਥ ਚਲੇ ਗਏ, ਇਹ ਕਿਸੇ ਕੰਮ ਨਹੀਂ ਆਏ। ਅੱਗੇ ਬਾਬਾ ਫਰੀਦ ਜੀ ਫਰਮਾਉਂਦੇ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਵਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਸਾਧ ਸੰਗਤ ਜੀ, ਬਾਬਾ ਫਰੀਦ ਦੇ ਨਾ ਸ਼ਲੋਕ ਕਾਹਦੇ ਨੇ? ਛੁਰੀਆਂ ਨੇ, ਕਾਲਜਾ ਬਿੰਨਦੀਆਂ ਤੁਰੀਆਂ ਜਾਂਦੀਆਂ। ਕਿੰਨੇ ਡੂੰਘੇ ਅਰਥ, ਕਿੰਨੇ ਬਿਰਹੋਂ 'ਚ ਭਿੱਜੇ ਹੋਏ ਸ਼ਲੋਕ ਨੇ ਬਾਬਾ ਜੀ ਦੇ। ਕਿੰਨੀ ਰੱਬ ਦੇ ਨਾਲ ਨੇੜਤਾ ਮਹਿਸੂਸ ਕਰਦਿਆਂ ਹੋਏ ਇਹ ਗੱਲ ਕਹੀ ਹੈ। ਖਟੋਲਾ ਕਹਿੰਦੇ ਨੇ ਛੋਟੀ ਜਿਹੜੀ ਭੰਗੂੜੀ ਹੁੰਦੀ ਹੈ, ਜਿਨ੍ਹਾਂ ਨੂੰ ਆਮ ਕਰਕੇ ਪਿੰਡਾਂ 'ਚ ਭਲੂੰਗੜੀ ਕਹਿੰਦੇ ਨੇ। ਛੋਟੀ ਮੰਜੀ ਜਿਹਦਾ ਕੱਦ ਵੀ ਛੋਟਾ ਹੁੰਦਾ, ਲੰਬਾਈ ਚੜਾਈ ਵੀ ਛੋਟੀ ਹੁੰਦੀ, ਆਮ ਕਰਕੇ ਬੱਚਿਆਂ ਦੇ ਪਾਉਣ ਵਾਸਤੇ ਪਾਈ ਜਾਂਦੀ ਹੈ ਕਿ ਜੇ ਬੱਚਾ ਡਿੱਗ ਪਏ ਉਹਨੂੰ ਸੱਟ ਨਾ ਲੱਗੇ। ਮਹਾਰਾਜ ਜੀ, ਇਹ ਜਿਹੜੀ ਚਿੰਤਾ ਇਹ ਮੰਜੀ ਹੈ ਨਾ, ਭਲੂੰਗੜੀ ਹੈ, ਖਟੋਲਾ, ਇਹ ਚਿੰਤਾ ਦਾ ਬਣਿਆ ਹੋਇਆ। ਇਹਦੇ ਵਿੱਚ ਜਿਹੜਾ ਸੂਤ ਬਾਣ ਪਾਇਆ ਹੋਇਆ ਉਹ ਕਾਹਦਾ? ਦੁੱਖਾਂ ਦਾ, ਦੁੱਖ ਦਾ। ਫਿਰ ਇਹਦੇ 'ਤੇ ਜਿਹੜਾ ਵਿਛਾਉਣਾ ਜੁੱਲੀ ਵਿਛਾਈ ਹੋਈ ਹੈ ਉਹ ਕਾਹਦੀ ਹੈ? ਵਿਛੋੜੇ ਦੀ, ਵਿਰਹੋਂ ਦੀ। ਵਿਰਹੋਂ ਸਾਧ ਸੰਗਤ ਜੀ ਉਹਨੂੰ ਕਹਿੰਦੇ ਨੇ, ਆਪਾਂ ਨੂੰ ਪਤਾ ਲੱਗ ਜੇ, ਪ੍ਰੇਮ ਤਾਂ ਪੈ ਜੇ ਆਪਣਾ ਕਿਸੇ ਨਾਲ, ਪਰ ਉਹਦੀ ਪ੍ਰਾਪਤੀ ਨਾ ਹੋਵੇ ਅਜੇ, ਉਹਨੂੰ ਵਿਰਹ ਕਹਿੰਦੇ ਨੇ। ਇੱਕ ਬੀਬੀ ਹੈ, ਮੰਗੀ ਗਈ, ਵਿਚੋਲਣ ਆ ਕੇ ਗੱਲਾਂ ਦੱਸਦੀ ਹੈ ਪਤੀ ਦੀਆਂ, ਤੇਰਾ ਪਤੀ ਇੰਨਾ ਸੋਹਣਾ ਹੈ, ਤੇਰਾ ਪਤੀ ਇੰਨਾ ਚੰਗਾ ਹੈ, ਤੇਰਾ ਪਤੀ ਇਹ ਕੰਮ ਕਰਦਾ, ਤੇਰਾ ਪਤੀ ਇਹ ਕੰਮ ਕਰਦਾ। ਸੁਣ ਕੇ ਪ੍ਰੀਤ ਤਾਂ ਪੈ ਗਈ, ਪ੍ਰੇਮਾ ਭਗਤੀ ਤਾਂ ਹੋ ਗਈ, ਪਰ ਅਜੇ ਪ੍ਰਾਪਤੀ ਨਹੀਂ ਹੋਈ। ਹੁਣ ਫਿਰ ਪਤੀ ਦੇ ਵਿਛੋੜੇ ਦੇ ਵਿੱਚ ਲੁੱਛਦੀ ਹੈ, ਪਤੀ ਦੇ ਵਿਛੋੜੇ ਦੇ ਵਿੱਚ ਨੀਂਦ ਨਹੀਂ ਆਉਂਦੀ, ਕਿਉਂਕਿ ਗੱਲਾਂ ਸੁਣ ਕੇ ਤਾਂ ਪ੍ਰੀਤ ਤਾਂ ਅੰਦਰ ਪੈਦਾ ਹੋ ਗਈ। ਉਹਨੂੰ ਕਹਿੰਦੇ ਵਿਰਹ। ਇਹ ਮਹਾਰਾਜ, ਇਹ ਵਿਛੋੜੇ ਦਾ ਵਿਛਾਉਣਾ ਉੱਤੇ ਵਿਛਿਆ ਹੋਇਆ, ਚਿੰਤਾ ਦੀ ਮੰਜੀ ਹੈ, ਦੁੱਖਾਂ ਦਾ ਵਾਣ ਹੈ। ਹੇ ਮੇਰੇ ਸਾਹਿਬ, ਇਹ ਸਾਡਾ ਜਿਉਣਾ ਹੈ, ਤੂੰ ਸਾਹਿਬ ਸੱਚੇ ਵੇਖ। ਮਹਾਰਾਜ ਸਾਡਾ ਐਸਾ ਜੀਵਨ ਹੈ, ਤੂੰ ਆ ਕੇ ਦੇਖ ਤਾਂ ਸਹੀ, ਭਾਵ ਸਾਡੇ ਦੁੱਖਾਂ ਦੀ ਸਾਰਤਾ ਲੈ। ਮਹਾਰਾਜ ਤੂੰ ਸਾਨੂੰ, ਸਾਡੇ 'ਤੇ ਕਿਰਪਾ ਤਾਂ ਕਰ, ਸਾਨੂੰ ਆਪਣੇ ਦਦਾਰੇ ਤਾਂ ਬਖਸ਼ਣਾ। ਸਾਡਾ ਜਿਉਣਾ ਐਸਾ ਹੈ, ਸਾਡੇ 'ਤੇ ਕਿਰਪਾ ਕਰ।
ਸਾਧ ਸੰਗਤ ਜੀ, ਕੋਈ ਵੀ ਬੰਦਾ ਇਸ ਦੁਨੀਆ ਦੇ ਉੱਤੇ ਚਿੰਤਾ ਤੋਂ ਦੁੱਖਾਂ ਤੋਂ ਮੁਕਤ ਨਹੀਂ ਹੈ। ਆ 4-5 ਦਿਨਾਂ ਦੀ ਗੱਲ ਹੈ, ਮੈਂ ਉੱਥੇ ਸਾਡੇ ਥਾਪਰ ਕਾਲਜ ਕੋਲੇ ਸਬਜ਼ੀ ਲੈਣ ਲੱਗਿਆ। ਹੁਣ ਕੁਦਰਤੀ ਮੈਂ ਵੀ ਜ਼ਿਆਦਾ ਬੋਲਦਾ, ਉਹ ਜਿਹੜਾ ਭਾਈ ਸਬਜ਼ੀ ਵੇਚਣ ਵਾਲਾ ਉਹ ਵੀ ਉੱਧਰ ਸਾਡੇ ਪਿੰਡਾਂ ਦਾ, ਉਹ ਵੀ ਬਸ ਮਾਤਾ ਪੁੱਤ ਕੰਨਾਂ ਦੇ ਕੀੜੇ ਕੱਢ ਦਿੰਦਾ। ਉਹ ਗੱਲਾਂ ਚੱਲਦੀਆਂ ਚੱਲ ਪਈਆਂ ਵੀ ਅੱਜ ਸਭ ਤੋਂ ਜਿਹੜਾ ਬੰਦਾ ਦੁਖੀ ਆ ਉਹ ਆਪਣਿਆਂ ਤੋਂ ਦੁਖੀ ਆ। ਇਹਨਾਂ ਨੂੰ ਉੱਥੇ ਨਾ ਇੱਕ ਮਤਲਬ 40-42 ਸਾਲ ਦੀ ਉਮਰ ਹੋਣੀ ਮੁੰਡੇ ਦੀ, ਦਾੜੀ 25% ਚਿੱਟੀ ਸੀ, ਬਾਕੀ ਕਾਲੀ ਸੀ। ਬਲੈਰੋ ਗੱਡੀ 'ਚੋਂ ਉਤਰਿਆ, ਉਹ ਵੀ ਸਬਜ਼ੀ ਲੈਣ ਵਾਸਤੇ ਆ ਗਿਆ। ਹੁਣ ਸਾਨੂੰ ਕੀ ਪਤਾ ਸੀ ਕਮਲਿਆਂ ਬੰਦਿਆਂ ਨੂੰ, ਅਸੀਂ ਗੱਲਾਂ ਕਰ ਰਹੇ ਹਾਂ, ਉਹ ਆ ਕੇ ਕਿਤੇ ਖੜਿਆ ਕੋਲੇ। ਉਹ ਕਹਿੰਦਾ ਵੀਰ ਜੀ, ਉਹ ਕੁਛ ਨਹੀਂ ਬੋਲਿਆ, ਸਬਜ਼ੀ ਤਾਂ ਉਹਨੇ ਪੁੱਛਿਆ ਰੇਟ ਜਾ, ਪਰ ਉਹ ਵੀ ਹੁਣ ਕੰਨ ਰਸ ਗਿਆ ਉਹਦਾ ਸਬਜ਼ੀ ਵਾਲੇ ਭਾਈ ਦਾ ਮੇਰੀਆਂ ਗੱਲਾਂ 'ਚ, ਮੇਰਾ ਉਧਰ ਰਸ ਗਿਆ। ਉਹਨੂੰ ਕੋਈ ਜ਼ਿਆਦਾ ਵਧੀਆ ਅਟੈਂਡ ਜਾਂ ਨਹੀਂ ਕੀਤਾ, ਚਲੋ ਉਹਨੇ ਜੋ ਮੰਗਿਆ ਉਹਨੂੰ ਦੇਤਾ। ਉਹ ਕਹਿੰਦਾ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੇਰਾ ਕਾਲਜਾ ਕੁਛ ਹੁੰਦਾ। ਉਹ ਮੈਂ ਕੁਦਰਤੀ ਕਿਹਾ, ਮਹਾਂ ਯਾਰ ਜੱਟ ਮਝਾਲ ਕਬੀਲਾ ਗਾਲਦਾ, ਕਾਂ ਕਲਾਲ ਕੰਬੋਜ ਕਬੀਲਾ ਪਾਲਦਾ। ਕਹਿੰਦਾ ਕੀ ਮਤਲਬ? ਮਹਾਂ ਕਾਂ ਕੰਬੋਜ ਤੇ ਕਲਾਲ, ਜਦੋਂ ਇਹਨਾਂ ਦੇ ਕਿਸੇ ਨਾ ਰਿਸ਼ਤੇਦਾਰੀ 'ਚ ਕੋਈ ਪ੍ਰੋਬਲਮ ਆਉਂਦੀ ਹੈ, ਇਹ ਸਾਰੇ ਇਕੱਠੇ ਹੋ ਕੇ ਉਹਦੀ ਮਦਦ ਕਰਦੇ ਨੇ, ਹੈਲਪ ਕਰਦੇ ਨੇ। ਪਰ ਇੱਕ ਜੱਟ, ਇੱਕ ਮਝਾਲ ਝੋਟਾ, ਇੱਕ ਮਝਾਰ ਬਿੱਲਾ, ਇਹ ਇਹੋ ਜਿਹੇ ਨੇ। ਉਹ ਕਹਿੰਦਾ ਬੇਬੇ ਥਾਣੇਦਾਰ ਲੱਗ ਗਏ ਨਾ, ਪਹਿਲਾਂ ਤੇਰੇ ਗਿੱਟੇ ਕੁੱਟੂ। ਇਹ ਜਦੋਂ ਪਾਵਰ 'ਚ ਆਉਂਦੇ ਨੇ, ਇਹ ਪਹਿਲਾਂ ਆਪਦਿਆਂ ਨੂੰ ਡੋਕੇ ਦਿੰਦੇ ਨੇ, ਸਮਾਰ ਕੇ ਆਪਣੇ ਨੁਕਸਾਨ ਕਰਦੇ ਨੇ। ਬਸ ਉਹ ਨਹੀਂ ਖੜਾ। ਕਹਿੰਦਾ ਵੀਰ ਜੀ ਮੈਂ ਤਾਂ ਬਸ, ਉਹ ਐਂ ਭੱਜਿਆ ਸੱਚੀ ਮੁੱਚੀ ਜਿਵੇਂ ਪਰਮਾਣੂ ਬੰਬ ਫਟਿਆ ਹੁੰਦਾ, ਗੱਡੀ ਦੇ ਦਵਾ ਦਵ ਸੈਲਫ ਮਾਰ ਕੇ ਭੱਜ। ਇੰਨਾ ਕੁ ਦੁਖੀ, ਪਤਾ ਨਹੀਂ ਅੰਦਰ ਕੀ। ਬਸ ਉਹ ਇੰਨੀ ਕੁ ਗੱਲ ਕਹਿ ਗਿਆ, ਕਹਿੰਦਾ ਵੀਰ ਜੀ ਅੱਜ ਜਿਹੜਾ ਭਾਈ ਆ ਕਹਿੰਦਾ ਸਭ ਤੋਂ ਵੱਡਾ ਦੁਸ਼ਮਣ ਹੈ। ਬਸ ਇੰਨੀ ਕੁ ਗੱਲ ਜ਼ਰੂਰ ਕਹਿ ਗਿਆ। ਕੋਈ ਦੁਨੀਆ 'ਚ ਸੌਖਾ ਹੀ ਨਹੀਂ। ਬਲੈਰੋ ਗੱਡੀ ਹੈ, ਐਨ ਵਧੀਆ ਨਵੇਂ, ਐਨ ਅੱਛਾ ਵਧੀਆ ਕੁੜਤਾ ਪਜਾਮਾ ਮਹਿੰਗਾ ਪਾਇਆ ਹੋਇਆ ਹੈ, ਵਧੀਆ ਸੋਹਣੀ ਜੁੱਤੀ ਪਾਈ ਹੋਈ ਹੈ, ਪਰ ਉਹ ਮਾਨਸਿਕ ਤੌਰ ਤੇ ਉਹ ਅਵਸਥਾ ਹੈ ਕਿ ਖੜ ਨਹੀਂ ਸਕਿਆ ਵਿਚਾਰਾ। ਉਹ ਇੰਨੇ ਦੁੱਖ ਦੁਨੀਆ 'ਚ, ਇੰਨੇ ਦੁੱਖ। ਕੋਈ ਵੀ ਬੰਦਾ, ਅਸਲ ਤਾਂ ਮਸਕੀਨ ਜੀ ਨੇ ਤੱਤ ਕੱਢਤਾ, ਕਹਿੰਦੇ ਸਾਗਰ ਬਿਨਾ ਲਹਿਰਾਂ ਤੋਂ ਹੁੰਦੇ ਹੀ ਨਹੀਂ। ਇਹ ਜੀਵਨ ਬਿਨਾਂ ਦੁੱਖਾਂ ਤੋਂ, ਬਿਨਾਂ ਚਿੰਤਾਵਾਂ ਤੋਂ ਹੁੰਦਾ ਹੀ ਨਹੀਂ। ਚਾਹੇ ਕੋਈ ਉੱਚੇ ਅਹੁਦੇ ਤੇ ਹੈ, ਚਾਹੇ ਕੋਈ ਪੜ੍ਹਿਆ ਲਿਖਿਆ ਹੈ, ਚਾਹੇ ਕੋਈ ਛੋਟੇ ਅਹੁਦੇ ਤੇ ਹੈ, ਚਾਹੇ ਕੋਈ ਅਨਪੜ੍ਹ ਹੈ, ਜਾਂ ਕੋਈ ਭਾਈ ਹੈ, ਜਾਂ ਕੋਈ ਬੀਬੀ ਹੈ। ਕਿਸੇ ਦੀ ਮਰਜ਼ੀ ਦੁੱਖ ਦੀ ਤੁਸੀਂ ਰਗ ਫੜ ਲਓ, ਬਸ ਉਹ ਫਿਰ ਝੰਗਾੜਾ ਮਾਰਦੀ ਹੈ। ਮੈਂ ਆਖਿਆ ਮੈਂ ਯਾਰ ਇਹ ਵਿਚਾਰਿਆ ਤਾਂ ਲੱਗਦਾ ਵੀ ਫਰੀਦਾ ਮੈਂ ਜਾਣਾ ਦੁੱਖ ਮੁਝਕੂ, ਦੁੱਖ ਸਵਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਅੱਗ। ਇਹ ਤਾਂ ਵਿਚਾਰਾ ਵੀ ਖੜ ਵੀ ਨਹੀਂ ਸਕਿਆ, ਵੀ ਪਤਾ ਨਹੀਂ ਕਿੰਨਾ ਕੁ ਦੁਖੀ ਹੋਊਗਾ, ਹੈ ਨਾ। ਕਮਾਲ ਦੀ ਕਹਿਣਾ, ਹਾਂ ਯਾਰ ਵੀ ਤਾਂ ਵਾਕਈ। ਚਲੋ ਹੁਣ ਬਾਬਾ ਜੀ ਕਹਿ ਰਹੇ ਨੇ, ਕਹਿੰਦੇ ਭਾਈ ਹੇ ਪਰਮਾਤਮਾ ਜੀ, ਹੇ ਮੇਰੇ ਸਾਹਿਬ, ਤੂੰ ਦੇਖ ਆ ਕੇ ਸਾਡਾ ਜੀਵਨਾ ਦੇਖ, ਅਸੀਂ ਕਿੰਨੇ ਦੁੱਖਾਂ ਭਰੀ ਜ਼ਿੰਦਗੀ ਜਿਉਂ ਰਹੇ ਹਾਂ। ਹੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲਣ ਵਾਲਾ, ਹੇ ਦੁੱਖ ਭੰਜਨ ਪਰਮਾਤਮਾ, ਤੂੰ ਆ ਸਾਡੀ ਸਾਰ ਲੈ। ਤੂੰ ਸਾਹਿਬ ਸੱਚੇ ਵੇਖਦਾ, ਮਤਲਬ ਤੂੰ ਸਾਡੀ ਸਾਰ ਲੈ ਆ ਕੇ। ਅਸੀਂ ਕਿੰਨੇ ਦੁੱਖਾਂ ਦੇ ਦਰਿਆਵਾਂ ਦੇ ਵਿੱਚ ਗੋਤੇ ਖਾ ਰਹੇ ਹਾਂ। ਸਾਧ ਸੰਗਤ ਜੀ, ਹੁਣ ਸਮਾਂ ਵੀ ਹੋ ਗਿਆ। ਗਰੀਬ ਨਵਾਜ਼ ਦੀ ਪਵਿੱਤਰ ਪਾਵਨ ਪਾਣੀ, ਉੱਚੀ ਸੁੱਚੀ ਬਾਣੀ ਦੀ ਵਿਚਾਰ ਕਰਦਿਆਂ, ਕਥਾ ਵਾਰਤਾ ਕਰਦਿਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਬਾਬਾ ਜੀ ਸਾਡੇ 'ਤੇ ਕਿਰਪਾ ਕਰਨ, ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਅੰਦਰ ਵੀ ਪ੍ਰੇਮ ਦੀ ਚਿਣਗ ਲੱਗੇ। ਕਿਉਂਕਿ ਪ੍ਰੇਮ ਤੋਂ ਬਗੈਰ ਤਾਂ ਸਾਧ ਸੰਗਤ ਜੀ ਜ਼ਿੰਦਗੀ, ਆਪਾਂ ਪੜ੍ਹਾਂਗੇ ਕੱਲ੍ਹ ਨੂੰ, ਪ੍ਰੇਮ ਤੋਂ ਬਗੈਰ ਤਾਂ ਇਹ ਜ਼ਿੰਦਗੀ ਇੱਕ ਸ਼ਮਸ਼ਾਨ ਘਾਟ ਦੀ ਨਿਆਈ ਹੈ, ਇੱਕ ਮੁਰਦਾ ਹੈ ਜ਼ਿੰਦਗੀ। ਪ੍ਰੇਮ ਹੀ ਜੀਵਨ ਰੌਂ ਹੈ, ਪ੍ਰੇਮ ਹੀ ਇੱਕ ਸਾਨੂੰ ਜੀਵਨ ਬਖਸ਼ਦਾ। ਮਹਾਰਾਜ ਸਾਨੂੰ ਸਾਰਿਆਂ ਨੂੰ ਪ੍ਰੇਮ ਦੀ ਚਿਣਗ ਲਾਉਣ, ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਆਪਣੀ ਬਾਣੀ ਦੇ ਆਸ਼ੇ ਮੁਤਾਬਕ ਜ਼ਿੰਦਗੀ ਜਿਉਣ ਦੀ ਬਲ ਬੁੱਧੀ ਬਖਸ਼ਣ, ਹੋਈਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮੁਆਫੀ ਬਖਸ਼ਣੀ, ਅੱਗੇ ਵਾਸਤੇ ਅਸੀਸ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।